Thank you, ma'am. Welcome all and good afternoon to everyone. मैं दलजीत कौर ਸਰਫੇਸ ornamentation ਦੇ ਇੰਸਟ੍ਰਕਟਰ ਗਵਰਨਮੈਂਟ ITA ਵੂਮਨ ਰੋਪੜ ਤੋਂ ਜਿਹੜਾ ਮੇਰਾ ਅੱਜ ਦਾ ਟੌਪਿਕ ਹੈਗਾ ਤੁਹਾਡੇ ਲਈ ਉਹ ਹੈਗਾ ਐਜੂਕੇਸ਼ਨਲ ਟੈਕਨੋਲੋਜੀ ਵੀ ਇਹ ਕੀ ਹੈਗੀ ਹੈ ਐਜੂਕੇਸ਼ਨਲ ਟੈਕਨੋਲੋਜੀ ਔਰ ਇਹਦੀ ਡੈਫੀਨੇਸ਼ਨਸ ਕੀ ਹੈ ਕਿੰਨੇ ਟਾਈਪਸ ਦੀ ਹੁੰਦੀ ਹੈ ਔਰ ਕਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਐਜੂਕੇਸ਼ਨਲ ਟੈਕਨੋਲੋਜੀ ਇਸ ਤੋਂ ਪਹਿਲਾਂ ਕਿ ਅਸੀਂ ਮੈਂ ਆਪਣਾ ਚੈਪਟਰ ਸ਼ੁਰੂ ਕਰਾਂ ਜਿਵੇਂ ਕਿ ਕਰੋਨਾ ਕਰਕੇ ਆਪਾਂ ਸਾਰੇ ਜਣੇ ਘਰਾਂ ਵਿੱਚ ਬੈਠ ਕੇ ਆਨਲਾਈਨ ਸਟੱਡੀ ਕਰ ਰਹੇ ਹਾਂ ਤਾਂ ਆਪਾਂ ਸਭ ਨੇ ਕੀ ਕਰਨਾ ਹੈ ਮਾਸਕ ਦਾ ਪ੍ਰਯੋਗ ਕਰਨਾ ਹੈ ਠੀਕ ਹੈ ਜਦੋਂ ਵੀ ਕਿਸੇ ਬਾਹਰ ਕਿਸੇ ਦੇ ਕੋਲ ਜਾਣਾ ਹੈ ਬਾਹਰ ਜਾਣਾ ਹੈ ਤਾਂ ਆਪਾਂ ਮਾਸਕ ਨੂੰ ਲਗਾਉਣਾ ਹੈ और फिर ही घर तो बाहर जाना है हथ कई बार धोने ने और की करना है डिस्टेंस मेनटेन रखनी है ये तीन गल्लां दा जरूर ध्यान रखना है मेरा जेड़ा चैप्टर हैगा वो हैगा एजुकेशनल टेक्नोलॉजी हुण की हैगा एजुकेशनल टेक्नोलॉजी दो शब्दां दा सुमेल मतलब कि एजुकेशन प्लस टेक्नोलॉजी दो शब्द दे सुमेल दे नाल ही बनिया हुण की हैगा एजुकेशन की है सिक्ख्या और टेक्नोलॉजी ਟੈਕਨੀਕ ਠੀਕ ਹੈ ਹੁਣ ਸਿੱਖਿਆ ਕੀ ਹੈਗੀ ਹੈ ਜਦੋਂ ਵਿਦਿਆਰਥੀਆਂ ਦੀਆਂ ਅੰਦਰੂਨੀ ਸੰਭਾਵਨਾਵਾਂ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਜਦੋਂ ਅਸੀਂ ਕੀ ਕਰਦੇ ਹਾਂ ਜੋ ਵਿਦਿਆਰਥੀ ਦੀ ਐਜੂਕੇਸ਼ਨ ਦੇ ਮਾਧਿਅਮ ਰਾਹੀਂ ਅਸੀਂ ਉਹਨੂੰ ਕੀ ਕਰਦੇ ਹਾਂ ਅੱਗੇ ਵਧਾਉਂਦੇ ਹਾਂ ਹੈ ਨਾ ਜਿੱਦਾਂ ਅਸੀਂ ਉਹਨੂੰ ਟੀਚ ਕਰਦੇ ਜਾਂਦੇ ਹਾਂ ਹੁਣ ਲੈਵਲ ਵੱਧਦਾ ਜਾਂਦਾ ਐਜੂਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਨਰਸਰੀ ਹੈ ਨਾ ਫਿਰ ਉਸ ਤੋਂ ਬਾਅਦ LKG UKG ਫਸਟ ਸੈਕਿੰਡ ਥਰਡ ਫੋਰਥ ਇਹ ਕੀ ਹੈ ਲੈਵਲ ਹੁੰਦੇ ਆ ਜਦੋਂ ਸਟੱਡੀ ਦਾ ਲੈਵਲ ਵੱਧਦਾ ਜਾਂਦਾ ਹੈ ਐਜੂਕੇਸ਼ਨ ਉਹਨੂੰ ਬੋਲਦੇ ਆ ਐਜੂਕੇਸ਼ਨ ਠੀਕ ਹੈ ਪ੍ਰਕਿਰਿਆ ਜਿਸ ਦੁਆਰਾ ਗਿਆਨ ਹੁਨਰ ਅਤੇ ਰਵੱਈਏ ਸਮਾਜ ਦੇ ਮੈਂਬਰਾਂ ਤੱਕ ਪਹੁੰਚਾਈ ਜਾਂਦੀ ਹੈ ਐਜੂਕੇਸ਼ਨ ਇੱਕ ਉਹ ਪ੍ਰਕਿਰਿਆ ਹੈ ਜਿਸ ਦੇ ਨਾਲ ਕੀ ਹੈ ਅਸੀਂ ਜੋ ਗਿਆਨ ਹੈ ਨਾ ਜੋ ਨੌਲੇਜ ਹੈ ਉਹਨੂੰ ਕੀ ਕਰਦੇ ਆ ਅਸੀਂ ਸਮਾਜ ਤੱਕ ਪਹੁੰਚਾਉਂਦੇ ਆ ਠੀਕ ਹੈ ਆਪਣਾ ਇੱਕ ਜਰੀਆ ਹੁੰਦਾ ਐਜੂਕੇਸ਼ਨ ਇੱਕ ਜਰੀਆ ਹੈ ਜਿਹਦੇ ਜਰੀਏ ਗਿਆਨ ਨੂੰ ਕੀ ਹੈ ਜ਼ਿਆਦਾ ਤੋਂ ਜ਼ਿਆਦਾ ਸਪਰੈਡ ਕੀਤਾ ਜਾਂਦਾ ਮਤਲਬ ਕਿ ਅੱਗੇ ਵਧਾਇਆ ਜਾਂਦਾ ਉਸ ਤੋਂ ਬਾਅਦ ਹੈਗਾ ਟੈਕਨੋਲੋਜੀ ਹੁਣ ਐਜੂਕੇਸ਼ਨ ਟੈਕਨੋਲੋਜੀ ਦੇ ਵਿੱਚ ਐਜੂਕੇਸ਼ਨ ਹੋ ਗਈ ਸਟੱਡੀ ਟੈਕਨੋਲੋਜੀ ਕੀ ਹੈ ਟੈਕਨੋਲੋਜੀ ਤਕਨੀਕਾਂ ਦੇ ਨਾਲ ਤਕਨੀਕੀ ਇਕਸਾਰਤਾ ਨੂੰ ਦਰਸਾਉਂਦੀ ਹੈ ਜੋ ਕਿਸੇ ਪ੍ਰਕਿਰਿਆ ਨੂੰ ਵਧਾਉਂਦੀਆਂ ਹਨ ਹੁਣ ਟੈਕਨੋਲੋਜੀ ਕੀ ਹੈ ਜਦੋਂ ਅਸੀਂ ਕਿਸੇ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਆ ਕਿਸੇ ਐਸੀ ਤਕਨੀਕ ਦਾ ਇਸਤੇਮਾਲ ਕਰਦੇ ਆ ਜੋ ਸਾਇੰਸ ਨਾਲ ਰਿਲੇਟਡ ਹੁੰਦੀਆਂ ਹੈ ਨਾ ਜਿਹੜੀ ਮਸ਼ੀਨਰੀਜ਼ ਹੁੰਦੀਆਂ ਨੇ ਉਹ ਜਿਹੜੀਆਂ ਅਸੀਂ ਯੂਜ਼ ਕਰਦੇ ਆ ਐਜੂਕੇਸ਼ਨ ਦੇ ਵਿੱਚ ਉਹ ਕੀ ਹੁੰਦੀਆਂ ਨੇ ਟੈਕਨੋਲੋਜੀ ਇਹ ਇੱਕ ਮੰਤਵ ਨੂੰ ਪ੍ਰਾਪਤ ਕਰਨ ਲਈ ਤਕਨੀਕ ਨੂੰ ਲਾਗੂ ਕਰਨ ਦਾ ਇੱਕ ਯੋਜਨਾਬੱਧ ਤਰੀਕਾ ਹੈ ਹੁਣ ਕੀ ਹੈ ਮੈਥਡ ਹੈ ਇੱਕ ਟੈਕਨੀਕ ਹੈ ਇਹਨੂੰ ਚਲਾਉਣ ਦੀ ਇਹਨੂੰ ਸਮਝਾਉਣ ਦੀ ਇਹਨੂੰ ਅੱਗੇ ਦੱਸਣ ਦੀ ਠੀਕ ਹੈ ਔਰ ਉਹਨੂੰ ਜਦੋਂ ਅਸੀਂ ਐਜੂਕੇਸ਼ਨ ਦੇ ਵਿੱਚ ਯੂਜ਼ ਕਰਦੇ ਆ ਤਾਂ ਉਹਦੇ ਨਾਲ ਕੀ ਹੈ ਜੋ ਮਤਲਬ ਸਾਡੇ ਗੋਲਸ ਹੁੰਦੇ ਨੇ ਉਹਨਾਂ ਨੂੰ ਅਚੀਵ ਕਰਨ ਦੇ ਵਿੱਚ ਸਾਨੂੰ ਹੈਲਪ ਕਰਦੀ ਹੈ ਹੁਣ ਐਜੂਕੇਸ਼ਨਲ ਟੈਕਨੋਲੋਜੀ ਕੀ ਹੋਇਆ ਕਿਉਂਕਿ ਐਜੂਕੇਸ਼ਨ ਪਲੱਸ ਟੈਕਨੋਲੋਜੀ ਦਾ ਮੇਲ ਹੈ ਹੁਣ ਜਦੋਂ ਇਹਨਾਂ ਦੋਨਾਂ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਤਾਂ ਕੀ ਬਣ ਜਾਂਦਾ ਹੈ ਵਿਦਿਅਕ ਟੈਕਨੋਲੋਜੀ ਦਾ ਅਰਥ ਹੈ ਸਿੱਖਿਆ ਸਿਖਲਾਈ ਪ੍ਰਕਿਰਿਆ ਜਾਂ ਸਿੱਖਿਆ ਦੀ ਟੈਕਨੋਲੋਜੀ ਨੂੰ ਅਨੁਕੂਲ ਬਣਾਉਣ ਲਈ ਸਿਸਟਮ ਵਿੱਚ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰਨਾ ਇਹ ਸਿੱਖਿਆ ਅਤੇ ਸਿਖਲਾਈ ਲਈ ਵਿਗਿਆਨਿਕ ਗਿਆਨ ਦੀ ਵਰਤੋਂ ਹੈ ਜਦੋਂ ਅਸੀਂ ਸਿੱਖਿਆ ਮਤਲਬ ਕਿ ਐਜੂਕੇਸ਼ਨ ਔਰ ਟੈਕਨੋਲੋਜੀ ਦੋਨਾਂ ਨੂੰ ਜੋੜ ਦਿੰਦੇ ਆ ਯਾਨੀ ਕਿ ਸਿੱਖਿਆ ਦੇ ਵਿੱਚ ਅਸੀਂ ਸਿੱਖਿਆ ਕਰਾਉਣ ਲਈ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹਾਂ ਜਿਵੇਂ ਕਿ ਤੁਹਾਡੇ ਨਾਲ ਹੁਣ ਜ਼ੂਮ ਐਪ ਤੇ ਕਲਾਸ ਲੱਗਦੀ ਪਈ ਹੈ ਇਹ ਕੀ ਹੈਗੀ ਹੈ ਇਹ ਇੱਕ ਟੈਕਨੋਲੋਜੀ ਹੈ ਜਿਹਦੇ ਨਾਲ ਕੀ ਹੈ ਤੁਹਾਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਨਾ ਜ਼ੂਮ ਐਪ ਇੱਕ ਸਭ ਤੋਂ ਵਧੀਆ ਹੁਣ ਅੱਜ ਦੀ ਡੇਟ ਵਿੱਚ ਤੁਹਾਡੇ ਲਈ ਐਗਜ਼ਾਮਪਲ ਹੈ ਕਿ ਅਸੀਂ ਜ਼ੂਮ ਐਪ ਦੇ ਜ਼ਰੀਏ ਤੁਹਾਨੂੰ ਐਜੂਕੇਸ਼ਨਲ ਟੈਕਨੋਲੋਜੀ ਦੇ ਜ਼ਰੀਏ ਅਸੀਂ ਤੁਹਾਨੂੰ ਸਿੱਖਿਆ ਦੇ ਰਹੇ ਹੈ ਨਾ ਇਸ ਤੋਂ ਵਧੀਆ ਮਾਧਿਅਮ ਹੋਰ ਕੀ ਹੋ ਸਕਦਾ ਹੈ ਅੱਜ ਦੀ ਡੇਟ ਦਾ ਵਧੀਆ ਐਗਜ਼ਾਮਪਲ ਤੁਹਾਡੇ ਵਾਸਤੇ ਇਹ ਹੈਗਾ ਹੈ ਕਿ ਸਿੱਖਿਆ ਵਿੱਚ ਟੈਕਨੋਲੋਜੀ ਦਾ ਇਸਤੇਮਾਲ ਯਾਨੀ ਕਿ ਅਸੀਂ ਜੋ ਵੀ ਬੱਚੇ ਨੂੰ ਕਰਾਉਣਾ ਹੈ ਐਜੂਕੇਸ਼ਨ ਦੇਣੀ ਹੈ ਜਿਸ ਚੀਜ਼ ਦੀ ਐਜੂਕੇਸ਼ਨ ਦੇਣੀ ਹੈ ਉਹਦੇ ਵਿੱਚ ਅਸੀਂ ਟੈਕਨੋਲੋਜੀ ਦਾ ਇਸਤੇਮਾਲ ਕਰ ਦੇਣਾ ਔਰ ਬੱਚੇ ਨੂੰ ਕੀ ਹੈ ਪ੍ਰੋਪਰ ਐਜੂਕੇਸ਼ਨ ਦੇਣੀ ਹੈ ਹੁਣ ਕਨਸੈਪਟ ਕੀ ਹੈਗਾ ਐਜੂਕੇਸ਼ਨਲ ਟੈਕਨੋਲੋਜੀ ਦਾ ਵਿਦਿਅਕ ਟੈਕਨੋਲੋਜੀ ਦੀ ਉਹਦੇ ਪਿੱਛੇ ਕੀ ਧਾਰਨਾ ਹੈ ਕਾਦੇ ਵਾਸਤੇ ਅਸੀਂ ਇਹਨੂੰ ਯੂਜ਼ ਕਰਦੇ ਹਾਂ ਔਰ ਕਿਉਂ ਬਣਿਆ ਹੋਇਆ
व्यापक शब्द जो इसके भागां दे जोड़ तो वध है। हुण जो दो भाग जुड़ रहे हैं एजुकेशन प्लस टेक्नोलॉजी, ये दो जो भागां दा जोड़ है, ये एक शब्द जेड़ा बनदा है इहदे विच बहुत कुछ है, यानी कि बहुत व्यापक शब्द है। ये जोड़ ही नहीं हैगा कल्ला एजुकेशन प्लस टेक्नोलॉजी, ਇਹਦੇ ਵਿੱਚ ਇੱਕ ਬਹੁਤ ਵੱਡਾ ਮੰਤਵ ਛੁਪਿਆ ਹੁੰਦਾ ਹੈ। ਇੱਕ ਬੱਚੇ ਦੀ ਚੰਗੀ ਐਜੂਕੇਸ਼ਨ ਦੇ ਨਾਲ ਇੱਕ ਬੱਚੇ ਦੀ ਕੀ ਆ ਫਿਊਚਰ ਜੁੜਿਆ ਹੁੰਦਾ ਹੈ ਨਾ, ਔਰ ਇਹਨੂੰ ਕੀ ਹੈ ਨਿਖਾਰਨਾ ਹੁੰਦਾ, ਜਿਹਦੇ ਕਰਕੇ ਅਸੀਂ ਕੀ ਹੈ ਐਜੂਕੇਸ਼ਨ ਦੇ ਵਿੱਚ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਆ। ਇਹ ਸ਼ਾਮਲ ਹੈ ਸਿੱਖਿਆ ਵਿੱਚ ਟੈਕਨੋਲੋਜੀ। ਹੁਣ ਸਿੱਖਿਆ ਵਿੱਚ ਟੈਕਨੋਲੋਜੀ, ਹੁਣ ਜਦੋਂ ਅਸੀਂ ਸਿੱਖਿਆ ਦਿੰਦੇ ਆ ਉਹਦੇ ਵਿੱਚ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਆ। ਜਿਵੇਂ ਤੁਹਾਨੂੰ ਅਸੀਂ ਜਦੋਂ ਕਲਾਸ ਦੇ ਵਿੱਚ ਸਿਖਾਇਆ ਜਾਂਦਾ ਹੈ ਨਾ, ਤੁਹਾਨੂੰ ਕੁਝ ਵੀ ਕਰਵਾਇਆ ਜਾਂਦਾ, ਔਰ ਜਿਵੇਂ ਤੁਹਾਨੂੰ ਹੁਣ ਜ਼ੂਮ ਐਪ ਨਹੀਂ ਚਲਾਉਣਾ ਆਉਂਦਾ ਸੀ ਤਾਂ ਤੁਹਾਨੂੰ ਕੀ ਹੈ ਇੱਕ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਦੱਸਿਆ ਹੈ ਨਾ, ਇੱਕ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਸੀ। ਯਾਨੀ ਕਿ ਜਦੋਂ ਅਸੀਂ ਸਿੱਖਿਆ ਦੇ ਵਿੱਚ ਇੱਕ ਟੈਕਨੋਲੋਜੀ ਨੂੰ ਇਸਤੇਮਾਲ ਕਰਨਾ ਸ਼ੁਰੂ ਕਰਤਾ ਔਰ ਉਹਦੇ ਨਾਲ ਕੀ ਆ ਆਪਣੀ ਸਟੱਡੀ ਨੂੰ ਬੈਟਰ ਬਣਾਇਆ। ਸਿੱਖਿਆ ਦੀ ਟੈਕਨੋਲੋਜੀ, ਹੁਣ ਜੋ ਸਿੱਖਿਆ ਦੀ ਟੈਕਨੋਲੋਜੀ ਆ, ਹੁਣ ਜੋ ਹੈ ਹੀ ਬਣੀ ਸਿੱਖਿਆ ਦੇ ਲਈ ਆ, ਅਸੀਂ ਉਸ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਆ। ਉਹਦੇ ਇਹਦਾ ਮੰਤਵ ਸਾਡਾ ਕੀ ਹੈਗਾ, ਐਜੂਕੇਸ਼ਨ ਨੂੰ ਬੈਟਰ ਵੇ ਨਾਲ, ਬੈਟਰ ਔਰ ਸਰਲ ਤਰੀਕੇ ਦੇ ਨਾਲ ਬੱਚਿਆਂ ਤੱਕ ਪਹੁੰਚਾਣਾ। ਯਾਨੀ ਕਿ ਅਸੀਂ ਇੱਕ ਮੈਥਡ, ਸਰਲ ਮੈਥਡ ਯੂਜ਼ ਕਰ ਰਹੇ ਆ, ਜਿਹਦੇ ਨਾਲ ਅਸੀਂ ਕੀ ਆ ਬੱਚੇ ਨੂੰ ਟੈਕਨੋਲੋਜੀ ਦੇ ਜ਼ਰੀਏ ਆਪਾਂ ਉਹਨੂੰ ਪੜ੍ਹਾ ਰਹੇ ਆ, ਐਜੂਕੇਸ਼ਨ ਦੇ ਰਹੇ ਆ। ਹੁਣ ਉਸ ਤੋਂ ਬਾਅਦ ਆਂਦਾ ਹੈ ਟੈਕਨੋਲੋਜੀ ਆਫ ਐਜੂਕੇਸ਼ਨ ਕੀ ਹੈਗੀ ਹੈ, ਸਿੱਖਿਆ ਦੀ ਟੈਕਨੋਲੋਜੀ ਕੀ ਹੈ। ਸਿਖਲਾਈ ਅਤੇ ਸਿਖਲਾਈ ਦੀਆਂ ਤਕਨੀਕਾਂ ਅਤੇ ਵਿਧੀਆਂ ਦੀ ਵਰਤੋਂ, ਜਦੋਂ ਅਸੀਂ ਸਿੱਖਿਆ ਦੇਣ ਵਾਸਤੇ ਅਸੀਂ ਵਿਧੀਆਂ ਦੀ, ਤਕਨੀਕੀ ਵਿਧੀਆਂ ਦੀ, ਯਾਨੀ ਕਿ ਟੈਕਨੋਲੋਜੀ ਦੇ ਅਲੱਗ-ਅਲੱਗ ਤਰੀਕਿਆਂ ਦੀ ਵਰਤੋਂ ਕਰਦੇ ਆ। ਹੁਣ ਟੈਕਨੋਲੋਜੀ ਦੇ ਤਰੀਕੇ ਕਈ ਹੋ ਸਕਦੇ ਆ, ਠੀਕ ਹੈ, ਔਰ ਜਦੋਂ ਅਸੀਂ ਉਹਨਾਂ ਨੂੰ ਵਰਤੋਂ ਕਰਦੇ ਆ ਬੱਚੇ ਦੀ ਐਜੂਕੇਸ਼ਨ ਦੇ ਲਈ, ਉਹਨੂੰ ਬੋਲਦੇ ਆ ਸਿੱਖਿਆ ਦੀ ਟੈਕਨੋਲੋਜੀ। ਸੌਫਟਵੇਅਰ ਪਹਿਲੂ, ਹੁਣ ਸੌਫਟਵੇਅਰਸ ਜਦੋਂ ਯੂਜ਼ ਕਰਦੇ ਆ, ਜਿਵੇਂ ਕਿ ਤੁਹਾਡੇ ਕੋਲ ਜਦੋਂ ਤੁਸੀਂ ਕੰਪਿਊਟਰ ਦੇ ਸਟੂਡੈਂਟ ਹੋ ਤਾਂ ਕੰਪਿਊਟਰ ਦੇ ਵਿੱਚ ਅਲੱਗ-ਅਲੱਗ ਸੌਫਟਵੇਅਰ ਆਉਂਦੇ ਆ, ਜਿਵੇਂ ਟੈਲੀ ਹੋ ਗਿਆ ਹੈ ਨਾ, ਮਾਈਕਰੋਸਾਫਟ ਪਾਵਰ ਪੁਆਇੰਟ ਹੋ ਗਿਆ। ਇਹ ਕੀ ਹੈਗੇ, ਇੱਕ ਸੌਫਟਵੇਅਰ ਹੈਗੇ ਆ ਜਿਨ੍ਹਾਂ ਦੇ ਜ਼ਰੀਏ ਕੀ ਹੈ ਤੁਸੀਂ ਇੱਕ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਹੋ, ਸੌਫਟਵੇਅਰ ਦਾ ਇਸਤੇਮਾਲ ਕਰ ਰਹੇ ਹੋ ਔਰ ਆਪਣੀ ਐਜੂਕੇਸ਼ਨ ਲੈ ਰਹੇ ਹੋ। ਵਿਦਿਅਕ ਟੈਕਨੋਲੋਜੀ ਵਿੱਚ ਆਡੀਓ ਵੀਡੀਓ ਦਾ ਇਸਤੇਮਾਲ, ਜਿਵੇਂ ਕਿ ਹੁਣ ਆਡੀਓ ਵੀਡੀਓ, ਤੁਹਾਡੇ ਕੋਲ ਜ਼ੂਮ ਐਪ ਹੈ, ਆਡੀਓ ਵੀ ਹੈ ਵੀਡੀਓ ਵੀ ਹੈ, ਯਾਨੀ ਕਿ ਮੈਂ ਲਾਈਵ ਵੀ ਦਿਖ ਰਹੀ ਹਾਂ, ਬੋਲ ਵੀ ਰਹੀ ਹਾਂ, ਮੇਰੀ ਆਡੀਓ ਵੀ ਤੁਹਾਡੇ ਤੱਕ ਪਹੁੰਚ ਰਹੀ ਹੈ, ਮੇਰੀ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਰਹੀ ਹੈ। ਯਾਨੀ ਕਿ ਜਦੋਂ ਅਸੀਂ ਟੈਕਨੋਲੋਜੀ ਦੇ ਵਿੱਚ, ਜਦੋਂ ਅਸੀਂ ਐਜੂਕੇਸ਼ਨ ਦੇ ਵਿੱਚ ਵੀਡੀਓਜ਼ ਦਾ ਔਰ ਆਡੀਓ ਦਾ ਇਸਤੇਮਾਲ ਕਰਦੇ ਆ, ਇਹਨਾਂ ਦੇ ਇਸਤੇਮਾਲ ਕਰਦੇ ਹੋਏ ਅਸੀਂ ਕੀ ਹੈ ਤੁਹਾਨੂੰ ਐਜੂਕੇਸ਼ਨ ਦਿੰਦੇ ਆ। ਜਿਵੇਂ ਤੁਹਾਡੇ ਕੋਲ YouTube ਵੀਡੀਓਜ਼ ਹੁੰਦੀਆਂ ਨੇ, ਉਹ ਕੀ ਹੈਗਾ ਇੱਕ ਆਡੀਓ ਔਰ ਵੀਡੀਓ ਦਾ ਮੇਲ ਹੈ ਨਾ, ਆਡੀਓ ਔਰ ਵੀਡੀਓ ਮਤਲਬ ਕਿ ਜਦੋਂ ਚਾਹੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ, ਆਡੀਓ ਸੁਣ ਸਕਦੇ ਹੋ, ਵੀਡੀਓ ਦੇਖ ਸਕਦੇ ਹੋ ਔਰ ਆਪਣੀ ਐਜੂਕੇਸ਼ਨ ਜਿਹੜੀ ਹੈ ਉਹ ਬੈਟਰ ਬਣਾ ਸਕਦੇ ਹੋ। ਉਸ ਤੋਂ ਬਾਅਦ ਮੀਨਿੰਗ ਆਫ ਈਟੀ, ਹੁਣ ਈਟੀ ਕੀ ਹੈ, ਈਟੀ ਹੈਗਾ ਐਜੂਕੇਸ਼ਨਲ ਟੈਕਨੋਲੋਜੀ। ਇਹਦੇ ਮੀਨਿੰਗ ਕੀ ਹੈ, ਜਾਂ ਤਾਂ ਇਹਨੂੰ ਬੋਲਦੇ ਆ ET1, ET1 एजुकेशनल टेक्नोलॉजी 1 या फिर हार्डवेयर अप्रोच, ठीक है, सब तो पहला। दूसरा हैगा ET2 और सॉफ्टवेयर अप्रोच, यानी कि सॉफ्टवेयर अप्रोच, ET3 और सिस्टम अप्रोच। ਹੁਣ ਇਹ ਤਿੰਨ ਤਰ੍ਹਾਂ ਦੀਆਂ ਸਾਡੇ ਕੋਲ ਕੀ ਹੈ ਮੀਨਿੰਗ ਹੁੰਦੇ ਆ ਐਜੂਕੇਸ਼ਨਲ ਟੈਕਨੋਲੋਜੀ ਦੇ, ਜਿਹੜੇ ਤਿੰਨ ਤਰੀਕੇ ਨੇ ਅਸੀਂ ਐਜੂਕੇਸ਼ਨਲ ਟੈਕਨੋਲੋਜੀ ਚ ਇਸਤੇਮਾਲ ਕਰਦੇ ਆ, ਹੈ ਨਾ, ਹਾਰਡਵੇਅਰ ਅਪਰੋਚ, ਸੌਫਟਵੇਅਰ ਅਪਰੋਚ ਔਰ ਸਿਸਟਮ ਅਪਰੋਚ। ਇਹ ਤਿੰਨ ਅਸੀਂ ਹੁਣ ਡਿਸਕਸ ਕਰਾਂਗੇ ਕਿ ਕੀ ਹੁੰਦੇ ਆ। ਸਭ ਤੋਂ ਪਹਿਲਾਂ ਆ ਗਿਆ ET1 ਔਰ ਹਾਰਡਵੇਅਰ ਅਪਰੋਚ, ਜਾਂ ਤਾਂ ਇਹਨੂੰ ET1 ਬੋਲ ਦਿੰਦੇ ਆ ਐਜੂਕੇਸ਼ਨਲ ਟੈਕਨੋਲੋਜੀ 1, ਜਾਂ ਫਿਰ ਬੋਲ ਦਿੰਦੇ ਆ ਹਾਰਡਵੇਅਰ ਅਪਰੋਚ। ਹੁਣ ਇਹ ਕੀ ਹੁੰਦੀ ਹੈ ਹਾਰਡਵੇਅਰ ਅਪਰੋਚ, ਹਾਰਡਵੇਅਰ ਪਹੁੰਚ ਸਿੱਖਿਆ ਦੀ ਪ੍ਰਕਿਰਿਆ ਵਿੱਚ ਮਸ਼ੀਨਾਂ ਅਤੇ ਹੋਰ ਮਕੈਨੀਕਲ ਉਪਕਰਨਾਂ ਦੀ ਵਰਤੋਂ ਨੂੰ ਦਰਸਾਉਂਦੀ ਹੈ। मोशन, पिक्चर, टेप रिकॉर्डर, टेलीविजन, टीचिंग मशीन, कंप्यूटर ਨੂੰ ਵਿਦਿਅਕ ਹਾਰਡਵੇਅਰ ਕਹਿੰਦੇ ਹਨ। ਹੁਣ ਹਾਰਡਵੇਅਰ ਕੀ ਹੁੰਦਾ, ਹਾਰਡਵੇਅਰ ਉਹ ਹਾਰਡ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਟੈਕਨੋਲੋਜੀ ਐਜੂਕੇਸ਼ਨ ਦੇ ਵਿੱਚ ਟੈਕਨੋਲੋਜੀ ਦੇ ਤੌਰ ਤੇ ਇਸਤੇਮਾਲ ਕਰਦੇ ਆ। ਜਿਵੇਂ ਕਿ ਸਾਡੇ ਕੋਲ ਮੋਬਾਈਲ ਹੈ, ਮੋਬਾਈਲ ਕੀ ਹੈ ਅੱਜ ਦੀ ਡੇਟ ਚ ਹਾਰਡਵੇਅਰ ਹੈ ਨਾ, ਹਾਰਡਵੇਅਰ ਹੈ ਜਿਹਦੇ ਉੱਪਰ ਤੁਸੀਂ ਜ਼ੂਮ ਐਪ ਜੁਆਇਨ ਕਰ ਰਹੇ ਹੋ, ਔਰ ਕੀ ਹੈ
ਆਪਣੀ ਐਜੂਕੇਸ਼ਨ ਲੈ ਰਹੇ ਹੋ। ਕੰਪਿਊਟਰ ਆ ਉਹ ਕੀ ਹੈਗੇ ਆ, ਉਹ ਤੁਹਾਡੇ ਹਾਰਡਵੇਅਰ ਹੈ। ਟੇਪ ਰਿਕਾਰਡਰ ਹੈ, ਜਦੋਂ ਤੁਸੀਂ ਕੁਝ ਸੁਣ ਰਹੇ ਹੋ ਉਹ ਕੀ ਹੈਗਾ, ਉਹ ਤੁਹਾਡਾ ਹਾਰਡਵੇਅਰ ਹੈ, ਜਿਹਦੇ ਤੇ ਤੁਹਾਨੂੰ ਪਿਕਚਰਸ ਨਜ਼ਰ ਆ ਰਹੀਆਂ ਨੇ, ਸਭ ਕੁਝ। ਮਤਲਬ ਕਿ ਜੋ ਚੀਜ਼ਾਂ ਨੂੰ ਤੁਸੀਂ ਟੱਚ ਕਰ ਸਕਦੇ ਹੋ, ਛੂ ਸਕਦੇ ਹੋ, ਜਿਨ੍ਹਾਂ ਉੱਪਰ ਟੈਕਨੋਲੋਜੀ ਇਸਤੇਮਾਲ ਕਰ ਸਕਦੇ ਹੋ, ਉਹ ਕੀ ਹੁੰਦੀਆਂ ਸਾਡੀਆਂ ਹਾਰਡਵੇਅਰ ਅਪਰੋਚ। ਯਾਨੀ ਕਿ ਸਾਨੂੰ ਐਜੂਕੇਸ਼ਨ ਦੇ ਵਿੱਚ ਬੈਨੀਫਿਟ ਦਿੰਦੀਆਂ ਨੇ ਅਗਰ ਅਸੀਂ ਇਹਨਾਂ ਨੂੰ ਇਸਤੇਮਾਲ ਕਰਨਾ ਸਿੱਖ ਲੈਂਦੇ ਆ। ਉਸ ਤੋਂ ਬਾਅਦ ਸੈਕਿੰਡ ਆਂਦਾ ਹੈ ET2 ਔਰ ਸੌਫਟਵੇਅਰ ਅਪਰੋਚ। ਹੁਣ ਸੌਫਟਵੇਅਰ ਅਪਰੋਚ ਵੀ ਬੋਲ ਸਕਦੇ ਆ ਜਾਂ ਫਿਰ ਇਹਨੂੰ ET2 ਯਾਨੀ ਐਜੂਕੇਸ਼ਨਲ 2 ਇਹ ਵੀ ਬੋਲ ਸਕਦੇ ਆ। ਹੁਣ ਇਹ ਕੀ ਹੁੰਦੀਆਂ ਨੇ, ਅਖਬਾਰਾਂ, ਕਿਤਾਬਾਂ, ਰਸਾਲਿਆਂ, ਵਿਦਿਅਕ ਖੇਡਾਂ, ਫਲੈਸ਼ ਕਾਰਡ ਦੀ ਸੌਫਟਵੇਅਰ ਦਾ ਹਿੱਸਾ ਬਣ ਸਕਦੇ ਹਨ। ਸੌਫਟਵੇਅਰ ਪਹੁੰਚ, ਕਾਰਜ ਵਿਸ਼ਲੇਸ਼ਣ, ਸਹੀ ਉਦੇਸ਼ਾਂ ਨੂੰ ਲਿਖਣਾ, ਢੁਕਵੀਂ ਸਿਖਲਾਈ ਰਣਨੀਤੀਆਂ ਦੀ ਚੋਣ ਦੁਆਰਾ ਦਰਸਾਈ ਗਈ ਹੈ। ਹੁਣ ਕੀ ਹੁੰਦੇ ਆ ਸੌਫਟਵੇਅਰ ਅਪਰੋਚ? ਹੁਣ ਸੌਫਟਵੇਅਰ ਅਪਰੋਚ ਇਹੀ ਨਹੀਂ ਕਿ ਕੰਪਿਊਟਰ ਦੇ ਵਿੱਚ ਤੁਸੀਂ ਸੌਫਟਵੇਅਰ ਪਾਇਆ, ਜਾਂ ਹੁਣ ਜ਼ੂਮ ਐਪ ਇੱਕ ਸੌਫਟਵੇਅਰ ਹੈਗਾ, ਤੁਸੀਂ ਇਹਦਾ ਇਸਤੇਮਾਲ ਕੀਤਾ, ਇਹੀ ਇੱਕ ਸੌਫਟਵੇਅਰ ਅਪਰੋਚ ਹੈਗੀ ਆ ਜਿਹਦੇ ਨਾਲ ਤੁਸੀਂ ਐਜੂਕੇਸ਼ਨ ਲੈ ਰਹੇ ਹੋ। ਨਹੀਂ, ਸੌਫਟਵੇਅਰ ਅਪਰੋਚ ਦੇ ਵਿੱਚ ਨਿਊਜ਼ਪੇਪਰ, ਜਿਹੜੀਆਂ ਅਖਬਾਰਾਂ ਦੇ ਉੱਪਰ ਆਰਟੀਕਲਸ ਆਉਂਦੇ ਆ, ਤੁਸੀਂ ਉਹ ਪੜ੍ਹਦੇ ਹੋ, ਉਹਨਾਂ ਤੋਂ ਐਜੂਕੇਸ਼ਨ ਲੈਂਦੇ ਹੋ। ਕਈ ਤਰ੍ਹਾਂ ਦੇ ਤੁਸੀਂ ਆਪਣੇ ਥਾਟਸ ਪੜ੍ਹਦੇ ਹੋ, ਉਹਨਾਂ ਤੋਂ ਇਨਫੋਰਮੇਸ਼ਨ ਲੈਂਦੇ ਹੋ। ਕਿਤਾਬਾਂ ਹੁੰਦੀਆਂ ਨੇ ਜੋ ਤੁਸੀਂ ਬੁੱਕਸ ਪੜ੍ਹ ਰਹੇ ਹੋ, ਹੈ ਨਾ, ਉਹ ਕੀ ਹੈਗੇ ਤੁਹਾਡੇ ਸੌਫਟਵੇਅਰ ਅਪਰੋਚ, ਯਾਨੀ ਕਿ ਤੁਸੀਂ ਉਹਨਾਂ ਤੋਂ ਐਜੂਕੇਸ਼ਨ ਲੈ ਰਹੇ ਹੋ। ਜਿਵੇਂ ਰਸਾਲੇ ਹੁੰਦੇ ਆ, ਖੇਡਾਂ ਹੁੰਦੀਆਂ, ਵਿਦਿਅਕ ਖੇਡਾਂ ਹੁੰਦੀਆਂ ਨੇ, ਜਿਹੜੀਆਂ ਐਜੂਕੇਸ਼ਨਲ ਖੇਡਾਂ ਹੁੰਦੀਆਂ ਨੇ, ਠੀਕ ਹੈ, ਉਹ ਜਿਹੜੇ ਹੁੰਦੇ ਨੇ, ਫਲੈਸ਼ ਕਾਰਡ ਹੁੰਦੇ ਨੇ, ਸੌਫਟਵੇਅਰ ਦਾ ਹਿੱਸਾ ਹੁੰਦੇ ਨੇ। ਹੁਣ ਜ਼ਰੂਰੀ ਨਹੀਂ ਹੈ ਕਿ ਸੌਫਟਵੇਅਰ ਤੁਹਾਡੇ ਜਿਹੜੇ ਕੰਪਿਊਟਰ ਦੇ ਵਿੱਚ ਸੌਫਟਵੇਅਰ ਹੁੰਦੇ ਉਹ ਵੀ ਸੌਫਟਵੇਅਰ ਹੁੰਦੇ। ਸੌਫਟਵੇਅਰ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ ਇਸਤੇਮਾਲ ਕਰਦੇ ਆ। ਥਰਡ ਹੈਗਾ ET3 ਔਰ ਸਿਸਟਮ ਅਪਰੋਚ, ਯਾਨੀ ਕਿ ਇਹਨੂੰ ਕੀ ਬੋਲ ਸਕਦੇ ਆ ਆਪਾਂ, ਐਜੂਕੇਸ਼ਨਲ ਟੈਕਨੋਲੋਜੀ ET3 ਜਾਂ ਫਿਰ ਕੀ ਬੋਲ ਸਕਦੇ ਆ ਸਿਸਟਮ ਅਪਰੋਚ। ਹੁਣ ਪ੍ਰਬੰਧਨ ਦੇ ਖੇਤਰ ਵਿੱਚ ਵਿਚਾਰਾਂ ਦੀ ਇੱਕ ਲਾਈਨ ਜਿਹੜੀ ਇੱਕ ਸੰਗਠਨ ਵਿੱਚ ਬਾਹਰੀ ਅਤੇ ਅੰਦਰੂਨੀ ਕਾਰਕਾਂ ਦੇ ਆਪਸ ਵਿੱਚ ਅੰਤਰ ਨਿਰਭਰਤਾ ਦੇ ਜੋਰ ਦਿੰਦੀ ਹੈ। ਹੁਣ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਸਿਸਟਮ ਅਪਰੋਚ ਦੀ। ਸਿਸਟਮ ਅਪਰੋਚ ਕੀ ਹੁੰਦਾ ਹੈ, ਜਦੋਂ ਕਿ ਅਸੀਂ ਕਿਸੇ ਵੀ ਐਜੂਕੇਸ਼ਨ ਦੇਣ ਲਈ ਕੋਈ ਸਿਸਟਮ ਦਾ ਪ੍ਰਯੋਗ ਕਰਦੇ ਹਾਂ। ਯਾਨੀ ਕਿ ਦੇਖੋ ਤੁਹਾਡੇ ਕੋਲ ਦਿਖ ਰਿਹਾ ਹੈ ਕਿ ਸਭ ਨੂੰ ਇੱਕ ਟਾਰਗੇਟ ਦਿੱਤਾ ਗਿਆ ਹੈ ਕਿ ਤੁਸੀਂ ਉਸ ਦਿਸ਼ਾ ਵਿੱਚ ਉੱਥੇ ਤੱਕ ਪਹੁੰਚਣਾ ਹੈ ਨਾ। ਸਾਰੇ ਜੋ ਟਾਰਗੇਟ ਦਿੱਤਾ ਹੋਇਆ ਸੀ, ਚੌਰਸ ਬਾਕਸ ਦਿੱਤਾ ਹੋਇਆ ਸੀ, ਸਭ ਉਸ ਨੂੰ ਚੌਰਸ ਬਾਕਸ ਨੂੰ ਹੀ ਖਿਸਕਾਈ ਅੱਗੇ ਜਾ ਰਿਹਾ। ਬਟ ਇੱਕ ਨੇ ਕੀ ਕੀਤਾ, ਸਿਸਟਮ ਬਣਾ ਲਿਆ, ਯਾਨੀ ਕਿ ਦਿਮਾਗ ਲਗਾਉਂਦੇ ਹੋਏ ਕੀ ਹੈ, ਇੱਕ ਸਿਸਟਮ ਕ੍ਰੀਏਟ ਕਰ ਲਿਆ। ਉਹਨੇ ਕੀ ਕੀਤਾ, ਉਹਨੂੰ ਚੌਰਸ ਨੂੰ ਗੋਲ ਕਰ ਦਿੱਤਾ, ਔਰ ਕੀ ਹੈ, ਉਹ ਬਾਕੀਆਂ ਨਾਲੋਂ ਥੋੜਾ ਤੇਜ਼ੀ ਦੇ ਨਾਲ ਅੱਗੇ ਵਧਣ ਲੱਗ ਗਿਆ, ਹੈ ਨਾ। ਹੁਣ ਇਹ ਹੁੰਦੀ ਹੈ ਸਿਸਟਮ ਅਪਰੋਚ। ਜਦੋਂ ਅਸੀਂ ਕੋਈ ਇੱਕ ਦਿਸ਼ਾ ਵਿੱਚ ਜਾਣਾ ਹੈ, ਇੱਕ ਰਸਤੇ ਵੱਲ ਜਾਣਾ, ਇੱਕ ਚੀਜ਼ ਨੂੰ ਸਿੱਖਣਾ ਹੈ, ਪਰ ਅਸੀਂ ਕੀ ਕਰਦੇ ਆ, ਉਹਨੂੰ ਸਿਖਾਉਣ ਲਈ ਇੱਕ ਸਿਸਟਮ ਬਣਾ ਲੈਂਦੇ ਆ, ਹੈ ਨਾ। ਉਹਨੂੰ ਸਿਖਾਉਣ ਲਈ ਉਹਨੂੰ ਇੱਕ ਦਿਸ਼ਾ ਦੇ ਦਿੰਦੇ ਆ, ਜਾਂ ਉਹਦਾ ਇੱਕ ਚੰਗੀ ਤਰ੍ਹਾਂ, ਜਿਵੇਂ ਤੁਹਾਨੂੰ ਹੁਣ ਸਿੱਖਿਆ ਦੇਣ ਵਾਸਤੇ ਇੱਕ PPT ਬਣਾਈ ਜਾ ਰਹੀ ਹੈ, ਇਹ ਕੀ ਹੈਗਾ, ਇਹ ਇੱਕ ਸਿਸਟਮ ਅਪਰੋਚ ਬਣਿਆ ਕਿ ਜਿਹਦੇ ਜ਼ਰੀਏ ਤੁਹਾਨੂੰ ਕੀ ਹੈ, ਐਜੂਕੇਸ਼ਨ ਦੀ ਜਾਣਕਾਰੀ ਜਿਹੜੀ ਹੈ ਦਿੱਤੀ ਜਾ ਰਹੀ ਹੈ। ਔਰ ਤੁਸੀਂ ਕੀ ਹੈ, ਦਿਸ਼ਾ ਤੁਹਾਡੀ ਉਹੀ ਹੈ ਕਿ ਅਸੀਂ ਐਜੂਕੇਸ਼ਨ ਦੀ ਲਾਈਨ ਦੇ ਵਿੱਚ ਅੱਗੇ ਨੂੰ ਜਾਣਾ ਹੈ, ਬਟ ਤੁਸੀਂ ਸਿਸਟਮ ਬਣਾ ਕੇ ਸਿਸਟਮੈਟਿਕਲੀ, ਹੈ ਨਾ। ਹੁਣ ਦੇਖੋ ਬਾਕੀ ਜਿਹੜੇ ਚੌਰਸ ਬਾਕਸ ਨੂੰ ਹੀ ਧੱਕਾ ਦੇਈ ਜਾ ਰਹੇ ਆ, ਉਹ ਕੀ ਹੈਗਾ, ਚੌਰਸ ਬਾਕਸ ਕਿੰਨੀ ਸਲੋਲੀ ਅੱਗੇ ਜਾ ਰਿਹਾ ਹੈ ਨਾ। ਬਟ ਜਿਹਨੇ ਰਾਉਂਡ ਕਰ ਲਿਆ, ਉਹ ਕੀ ਹੈ, ਉਸੇ ਕੰਮ ਨੂੰ ਫਾਸਟਲੀ ਕਰੀ ਜਾ ਰਿਹਾ। ਔਰ ਇਹੀ ਹੁੰਦਾ ਸਿਸਟਮ ਅਪਰੋਚ ਦੇ ਵਿੱਚ, ਜਦੋਂ ਅਸੀਂ ਕੰਮ ਨੂੰ ਬਾਕੀਆਂ ਨਾਲੋਂ ਫਾਸਟਲੀ ਕਰਨਾ ਸ਼ੁਰੂ ਕਰ ਦਿੰਦੇ ਆ, ਸਿਸਟਮ ਬਣਾ ਲੈਂਦੇ ਆ ਇੱਕ, ਔਰ ਬਾਕੀਆਂ ਨਾਲੋਂ ਅੱਗੇ ਚੱਲਣ ਲੱਗ ਜਾਂਦੇ ਆ। ਇਹ ਫਰਕ ਹੈ ਇਹਨਾਂ ਤਿੰਨਾਂ ਦੇ ਵਿੱਚ, ET1, ET2 ਔਰ ET3 ਦੇ ਵਿੱਚ। ਹੁਣ ਨੈਕਸਟ ਸਾਡਾ ਆ ਰਿਹਾ ਮੀਨਿੰਗ ਆਫ ਐਜੂਕੇਸ਼ਨਲ ਟੈਕਨੋਲੋਜੀ। ਹੁਣ ਮੀਨਿੰਗ ਕੀ ਹੈਗਾ ਐਜੂਕੇਸ਼ਨਲ ਟੈਕਨੋਲੋਜੀ ਦਾ? ਇਹ 5 M's ਦੀ ਇੱਕ ਪ੍ਰਣਾਲੀ ਹੈ, ਇਹਨੂੰ 5 M's ਬੋਲਦੇ ਆ। 5 M's ਜੋ ਸਾਨੂੰ ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ ਜ਼ਰੂਰੀ ਪੈਂਦੇ ਆ, ਹੈ ਨਾ, ਲੋੜ ਪੈਂਦੀ ਹੈ। ਹੁਣ ਕਿਉਂਕਿ ਤੁਸੀਂ ਟੀਚਰ ਟ੍ਰੇਨਿੰਗ ਦੇ ਸਟੂਡੈਂਟ ਹੋ, ਟੀਚਰ ਟ੍ਰੇਨਿੰਗ ਵਿੱਚ ਤੁਹਾਨੂੰ ਲੈਂਥੀ ਕੁਐਸਚਨ ਆਉਂਦੇ ਆ, ਤੁਸੀਂ ਜਿੰਨਾ ਲੈਂਥੀ ਕੁਐਸਚਨ ਕਰਦੇ ਹੋ ਤੁਹਾਨੂੰ ਕੀ ਆ, ਉਨੇ ਜ਼ਿਆਦਾ ਮਾਰਕਸ ਮਿਲਦੇ ਨੇ। ਤਾਂ ਤੁਸੀਂ ਇਸ ਟੌਪਿਕ ਨੂੰ ਧਿਆਨ ਨਾਲ ਸੁਣਿਓ,
हो तुहानू क्वेश्चन ओदे नाल रिलेटेड लेंथी किवें करने ने ओ तुहानू पता लग जूगा कि किहड़े पॉइंट तुसी उस दे विच ऐड कर सकदे हो। हुण 5M दी एक प्रणाली है, 5M किहड़े है हुण इत्थे असीं किहड़े 5M लवांगे जिहदे नाल असीं एजुकेशन टैक्नोलॉजी दे विच जो इस्तेमाल कर रहे हैं और असीं अगे पहुंचांगे। सब तो पहला हैगा M मशीन्स, ठीक है। सेकंड हैगा M मटेरियल्स, थर्ड हैगा M मैन, ठीक है। और फोर्थ हैगा मीडिया, है ना, M मीडिया। 5 हैगा मेथड, है ना। ये 5 प्रक्रिया हैगियां ने जो असी एजुकेशनल टैक्नोलॉजी च सानू जरूरी हुंदियां ने, इस तो बिना की है आपां काम नहीं कर सकते, यानी कि मीनिंग ऑफ 5 M's, ठीक है। हुण ये की हुंदे ने और किवें इन्हां दा इस्तेमाल हुंदा एक एक करके दसदी हां। जिवें पहला हैगा मशीन्स, हुण असी कोई एजुकेशन लैनी है और टैक्नोलॉजी दा इस्तेमाल करना ओदे ते तां सानू की चाहिदी है मशीनरी, है ना। जिवें तुसी हो, तुसी कोई पार्लर दा स्टूडेंट है, कोई टीचर ट्रेनिंग दा स्टूडेंट है, कोई कंप्यूटर दा स्टूडेंट है, कोई हैगा सिलाई दा स्टूडेंट, तुहाडे कोल एक मशीनरी है जिहदे उपर तुसी काम कर रहे हो, है ना। और जो मशीनरी दे उपर तुसी, जिवें मैं इत्थे पिक्चर दे विच तुहानू कंप्यूटर दिखाया, कंप्यूटर दे उपर तुसी कंप्यूटर दी ट्रेनिंग लै रहे हो, सिलाई वालियां कुड़ियां सिलाई दी मशीन उपर सिलाई दी ट्रेनिंग लै रही, कढ़ाई वालियां कुड़ियां कढ़ाई दी मशीन उपर ट्रेनिंग लै रही। जो मशीनरी दा इस्तेमाल हो रहा है एजुकेशन दे विच ओ एक टैक्नोलॉजी है ना, जिहदा इस्तेमाल कादे वास्ते हो रहा, तुहाडी बेटर स्टडी वास्ते, तुहानू कुछ सिखाण दे लई, है ना। और ये मशीन्स ए M बहुत जरूरी है, यानी कि पहला M जिहदी अहमियत साडे लई बहुत ज्यादा जरूरी है, जो है मशीन्स। फर्स्ट M हो गया, हुण सेकंड M साडे लई क्यों जरूरी है। सेकंड M है मटीरियल्स। हुण मटीरियल की हुंदा, जदों हुण तुसी कढ़ाई दा काम करदे हो, है ना, या कोई लक्कड़ दा काम कर रहा है ना, इलैक्ट्रीशियन दा बच्चा हैगा, तां तुसी सिलाई दे स्टूडेंट हो, तुहानू की मटीरियल चाहिदा हुंदा है ना हमेशा, यानी कि सानू पदार्थ चाहिए जिहदे नाल असी की है ओ इस्तेमाल करदे होए टैक्नोलॉजी दे उपर असी एजुकेशन लै सकीए, ठीक है। सेकंड M मटीरियल, जिवें तुहाडा मटीरियल की आ जांदा, सिलाई कर रहे हो, तुहाडा मटीरियल कपड़ा है ना, कपड़ा जिहदे उपर तुसी कटिंग करदे हो, सिखदे हो, ओ की हैगा एक मटीरियल। लकड़ी वाले जिहड़े कारपेंटर दा काम सिखदे आ उहनां लई मटीरियल की हैगा लकड़ी, है ना, यानी कि वुड। जे उन्हां को वुड नहीं होगा प्रैक्टिकल किद्दां करनगे, किद्दां सीखणगे, यानी कि सेकंड M दी भी बहुत ज्यादा इंपॉर्टेंस हैगी है जदों असी एजुकेशनल टैक्नोलॉजी नू अपने उपर अप्लाई करना या किसी नू दसना, ठीक है। हुण थर्ड M मटीरियल दियां भी कैटेगरीज हैगियां ने, ठीक है। हुण मटीरियल दियां क्या कैटेगरीज हैगियां ने, एदियां हैगियां ने नैचुरल, सिंथेटिक एंड कंपोजिट, ठीक है। हुण नेचुरल कुदरती, सिंथेटिक और कंपोजिट यानी कि मिश्रण। हुण ये किहड़े ने जिहड़ियां मटीरियल सानू चाहिदे हुंदे ने। हुण एजुकेशन टैक्नोलॉजी दे विच असीं तुहानू टीच कर रहे हां तां सानू मटीरियल जो चाहिदे 3 तरह दे साडे कोल मिलदे ने। हुण सब तो पहला आंदा नैचुरल, कुदरती की हुंदे ने। हुण कुदरती हुंदे ने जो सानू पौधे, जानवर या जमीन तो आंदे आ, यानी कि जो कुदरती तौर ते साडे कोल मिलदे ने, ठीक है। हुण जिवें तुसी की करदे हो, असीं जिवें तुसी SOT दे बच्चे हैगे हो, तुहानू जदों कलर्स दे बारे दस्सिया जांदा या तुहानू टैक्सचर दस्से जांदे ने तां तुहानू कुदरती चीजां दे उपर कलर्स लगा के टेक्निक बनानियां टैक्सचर बनाने दस्से जांदे ने, है ना। जिवें तुहानू कहंदे आ, देखो तुहाडे कोल पिक्चर भी मैं क्लीयरली दिखाई है कि रुमाल पिया होया है, रुमाल दे उपर तुसी पत्ते दे उपर कलर लगा के जदों तुसी पत्ता चिपकांदे हो, पत्ता की हैगा, पत्ता साडा नैचुरल जेड़ा मटीरियल आ जो सानू मिल जांदा कुदरती तौर ते। असी पिंडी लै लैंदे आ, है ना, पिंडी लैंदे आ, लेडी फिंगर जिन्नू बोलदे आ, पिंडी लैंदे आ, ओदे ते कलर लगांदे आ और ओदे की है दुपट्टिया दे उपर ऐदा ऐदा करके मार्क्स लगा दिंदे आ। ओ पिंडी की हैगी है, लेडी फिंगर की है, साडा नैचुरल कुदरती जेड़ा सोर्स आ साडे कोल, जिहदे नाल असी टेक्निक दा इस्तेमाल, टैक्नोलॉजी दा इस्तेमाल, टेक्निक यूज कर रहे सी कपड़े दे उपर ओ प्रिंटिंग देण लई, है ना। जो पिंडियां दे अंदर ओ होल्स बने हुंदे ने, ओदी एक टेक्निक इस्तेमाल कर रहे आ असी कपड़े दे उपर लगाण लई।
ਉਹ ਕੀ ਹੈਗਾ ਸਾਡਾ ਕੁਦਰਤੀ। ਉਸ ਤੋਂ ਬਾਅਦ ਨੈਕਸਟ ਆਂਦਾ ਸਿੰਥੈਟਿਕ। ਹੁਣ ਸਿੰਥੈਟਿਕ ਕੀ ਹੁੰਦੇ ਨੇ? ਸਿੰਥੈਟਿਕ ਹੁੰਦੇ ਨੇ ਜੋ ਮਨੁੱਖ ਦੁਆਰਾ ਬਣਾਏ ਜਾਂਦੇ ਨੇ, ਜੋ ਮਟੀਰੀਅਲਸ ਅਸੀਂ ਮਤਲਬ ਕਿ ਮਨੁੱਖ ਦੁਆਰਾ ਬਣਾਏ ਜਾਂਦੇ ਆ, ਜਿਵੇਂ ਕਿ ਪਾਈਪਸ ਹੋ ਜਾਂਦੇ ਆ ਜੋ ਪਾਈਪ ਦਾ ਕੰਮ ਕਰਦੇ ਆ, ਜਾਂ ਫਿਰ ਤੁਹਾਨੂੰ ਅਸੀਂ ਜਿਵੇਂ ਵੇਸਟ ਮਟੀਰੀਅਲ ਦੇ ਵਿੱਚ ਜਾਂ ਸਟ੍ਰॉस ਆਉਂਦੇ ਨੇ, ਸਟ੍रॉस ਦੇ ਨਾਲ ਫਲਾਵਰਸ ਬਣਦੇ ਨੇ ਬਹੁਤ ਸੋਹਣੇ। ਜਦੋਂ ਤੁਸੀਂ ਏਦਾਂ ਦਾ ਮਟੀਰੀਅਲ ਯੂਜ਼ ਕਰਦੇ ਹੋ ਤਾਂ ਸਿੰਥੈਟਿਕ ਮਟੀਰੀਅਲ ਯੂਜ਼ ਕਰ ਰਹੇ ਹੋ ਤਾਂ ਉਹ ਸਾਡੇ ਜਿਹੜੇ ਹੁੰਦੇ ਨੇ ਮੈਨ ਮੇਡ ਫਾਈਬਰ, ਉਹ ਸਾਨੂੰ ਮਟੀਰੀਅਲ ਚਾਹੀਦੇ ਹੁੰਦੇ ਨੇ ਐਜੂਕੇਸ਼ਨ ਵਾਸਤੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਸਿੰਥੈਟਿਕ ਮਟੀਰੀਅਲਸ, ਠੀਕ ਹੈ, ਜੋ ਕਿ ਮਨੁੱਖ ਦੁਆਰਾ ਬਣਾਏ ਗਏ ਨੇ। ਔਰ ਕਾਦੇ ਲਈ ਬਣਾਏ ਗਏ ਨੇ? ਟੈਕਨੋਲੋਜੀ ਵਿੱਚ ਇਸਤੇਮਾਲ ਕਰਨ ਲਈ, ਮਟੀਰੀਅਲ ਦੇ ਵਿੱਚ ਇਸਤੇਮਾਲ ਕਰਨ ਲਈ। ਥਰਡ ਆ ਜਾਂਦੇ ਆ ਕੰਪੋਜ਼ਿਟ। ਹੁਣ ਕੰਪੋਜ਼ਿਟ ਕੀ ਹੁੰਦੇ ਨੇ? ਕੰਪੋਜ਼ਿਟ ਹੁੰਦੇ ਨੇ ਜਿਹਦੇ ਵਿੱਚ ਅਸੀਂ ਨੈਚੁਰਲ ਔਰ ਸਿੰਥੈਟਿਕ ਦੋਨੋਂ ਮਿਕਸਚਰਸ ਦੇ ਨਾਲ ਜੋ ਮਟੀਰੀਅਲ ਬਣੇ ਹੁੰਦੇ ਨੇ। ਜਿਵੇਂ ਤੁਹਾਡਾ ਇੱਕ ਪੇਪਰ, ਜਦੋਂ ਤੁਸੀਂ ਫੋਟੋ ਪ੍ਰਿੰਟਿੰਗ ਕਰਦੇ ਹੋ, ਫੋਟੋ ਸਟੇਟ ਕਰਦੇ ਹੋ, ਤੁਹਾਡੇ ਕੋਲ ਜਿਹੜਾ ਪੇਪਰ ਹੁੰਦਾ ਉਹ ਕੀ ਹੈਗਾ? ਉਹ ਦੋਨਾਂ ਦਾ ਮਿਕਸਚਰ ਹੈ। ਪੇਪਰ ਕਿਸ ਤੋਂ ਬਣਦਾ? ਵੁੱਡ ਤੋਂ, ਹੈ ਨਾ, ਲੱਕੜ ਤੋਂ ਪੇਪਰ ਬਣਦਾ। ਔਰ ਕਿਵੇਂ ਬਣਾਇਆ ਜਾਂਦਾ? ਮੈਨ ਮੇਡ, ਕਿਉਂਕਿ ਪੇਪਰ ਨਿਕਲ ਆਇਆ ਸਾਡੇ ਕੋਲ, ਅਸੀਂ ਕੁਝ ਕੰਮ ਹੋ ਰਿਹਾ, ਉਹ ਕੀ ਹੈਗਾ? ਸਾਡਾ ਮਟੀਰੀਅਲ, ਯਾਨੀ ਕਿ ਕੰਪੋਜ਼ਿਟ ਮਟੀਰੀਅਲ, ਜੋ ਕਿ ਕੀ ਹੈ ਸਾਡੀ ਐਜੂਕੇਸ਼ਨਲ ਟੈਕਨੋਲੋਜੀ ਵਿੱਚ ਇਸਤੇਮਾਲ ਹੋ ਰਿਹਾ ਹੈ ਸਾਨੂੰ ਟੀਚਿੰਗ ਦੇਣ ਵਾਸਤੇ। ਉਸ ਤੋਂ ਬਾਅਦ ਨੈਕਸਟ ਸਦਾ ਆਂਦਾ ਮੈਨ। ਹੁਣ ਮੈਨ ਕੀ ਹੁੰਦੇ ਨੇ? ਆਦਮੀ। ਜਦੋਂ ਤੱਕ ਸਾਡੇ ਕੋਲ 3M यानी कि तीसरा M नहीं हैगा, ਅਸੀਂ ਐਜੂਕੇਸ਼ਨਲ ਟੈਕਨੋਲੋਜੀ ਦਾ ਇਸਤੇਮਾਲ ਨਹੀਂ ਕਰ ਸਕਦੇ। ਸਾਨੂੰ ਮੈਨ ਜ਼ਰੂਰ ਚਾਹੀਦਾ ਹੋਊਗਾ। ਹੁਣ ਤੁਸੀਂ ਹੋ, ਤੁਹਾਨੂੰ ਟੈਕਨੋਲੋਜੀ ਦੇ ਵਿੱਚ ਅਸੀਂ ਮਟੀਰੀਅਲ ਵੀ ਪ੍ਰੋਵਾਈਡ ਕਰ ਦਿੱਤਾ, ਮਸ਼ੀਨਸ ਵੀ ਪ੍ਰੋਵਾਈਡ ਕਰ ਦਿੱਤੀਆਂ, ਹੈ ਨਾ, ਦੇਤੀ ਤੁਹਾਨੂੰ ਮਸ਼ੀਨ, ਦੇਤੀ ਕੰਪਿਊਟਰ, ਦੇ ਦਿੱਤਾ ਔਰ ਮਟੀਰੀਅਲ ਦੇ ਦਿੱਤਾ ਕਿ ਆ ਲੋ ਕੱਪੜਾ ਵੀ ਤੁਹਾਡੇ ਕੋਲ ਹੈਗਾ, ਲੱਕੜ ਵੀ ਤੁਹਾਡੇ ਕੋਲ ਹੈਗੀ। ਪਰ ਜਿੰਨਾ ਚਿਰ ਤੱਕ ਸਾਡੇ ਕੋਲ M ਨਹੀਂ ਹੈ, ਯਾਨੀ ਕਿ ਮੈਨ, ਜਿਹੜਾ ਸਾਨੂੰ ਉਸ ਚੀਜ਼ ਨੂੰ ਕਿਵੇਂ ਕਰਨਾ ਹੈ, ਉਸ ਕੰਮ ਨੂੰ ਕਿਵੇਂ ਕਰਨਾ ਹੈ, ਜਦੋਂ ਤੱਕ ਸਾਨੂੰ ਉਹ ਨਹੀਂ ਦੱਸੂਗਾ ਅਸੀਂ ਕਿਵੇਂ ਉਹਨੂੰ ਕਰ ਸਕਾਂਗੇ। ਤਾਂ ਸਾਡੇ ਕੋਲ ਜੋ 3M ਹੈ ਇਹਦੀ ਬਹੁਤ ਇੰਪੋਰਟੈਂਸ ਹੈ ਨਾ। ਇੱਕ ਇੰਸਟਰਕਟਰ ਜਿਹੜਾ ਤੁਹਾਨੂੰ ਇੰਸਟਰਕਟ ਕਰ ਰਿਹਾ, ਉਹ ਕੀ ਹੈ? ਇਸ 3M ਦਾ ਪਾਰਟ ਹੈ ਨਾ। ਇਹ ਜੋ ਤੀਸਰਾ M ਹੈ ਜੋ ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ ਇਸਤੇਮਾਲ ਹੋ ਰਿਹਾ, ਉਹ ਇਸ ਦਾ ਪਾਰਟ ਹੈ। ਜਦੋਂ ਹੁਣ ਤੁਹਾਡੇ ਕੋਲ ਤੁਸੀਂ ਆਂਦੇ ਹੋ, ਤੁਹਾਡੇ ਘਰ ਵਿੱਚ ਸਿੰਪਲ ਮਸ਼ੀਨਾਂ ਪਈਆਂ ਹੁੰਦੀਆਂ ਨੇ, ਤੁਹਾਨੂੰ ਨੌਲੇਜ ਨਹੀਂ ਹੁੰਦੀ ਕਿ ਇਹ ਮਸ਼ੀਨ ਕਿੱਦਾਂ ਚਲਾਣੀ ਹੈ। ਟੀਚਰ ਅਗਰ ਤੁਹਾਨੂੰ ਕਹਿੰਦਾ ਬੈਠ ਜਾਓ ਜੀ, ਆ ਲੋ ਜੀ ਕੱਪੜਾ, ਬੈਠ ਜਾਓ ਮਸ਼ੀਨ ਦੇ ਉੱਪਰ, ਚਲਾ ਲਓ, ਬਟ ਜਦੋਂ ਤੱਕ ਉਹ ਤੁਹਾਨੂੰ ਮਸ਼ੀਨ ਤੇ ਬੈਠਣਾ ਨਹੀਂ ਦੱਸਦਾ, ਜਦੋਂ ਤੱਕ ਤੁਹਾਨੂੰ ਉਹਦਾ ਔਨ ਆਫ, ਉਹਦੀ ਸਾਰੇ ਫੰਕਸ਼ਨਸ ਨਹੀਂ ਦੱਸਦਾ ਕਿ ਬੱਚੇ ਦਾ ਪੈਰ ਦੱਬਣ ਦੇ ਨਾਲ ਆਹ ਸਪੀਡ ਕੈਚ ਹੁੰਦੀ ਹੈ, ਇਹਦੇ ਵਿੱਚ ਧਾਗਾ ਇਸ ਤਰ੍ਹਾਂ ਪੈਂਦਾ ਹੈ, ਇਹਦੇ ਚ ਡੱਬੀ ਫਿਰਕੀ ਏਦਾਂ ਲੱਗਦੀ ਹੈ, ਜਦੋਂ ਤੱਕ ਉਹ ਟੈਕਨੀਕ ਤੁਹਾਨੂੰ ਨਹੀਂ ਦੱਸੀ ਜਾਂਦੀ ਤੁਸੀਂ ਉਸ ਤੇ ਕੰਮ ਨਹੀਂ ਕਰ ਸਕਦੇ। ਅਗਰ ਤੁਹਾਨੂੰ ਏਦਾਂ ਹੀ ਬਿਠਾ ਦਿੱਤਾ ਜਾਊਗਾ ਤਾਂ ਤੁਸੀਂ ਕੀ ਕਰੋਗੇ? ਨੁਕਸਾਨ ਕਰੋਗੇ, ਹੈ ਨਾ। ਮਸ਼ੀਨ ਦਾ ਵੀ ਨੁਕਸਾਨ ਹੋਊਗਾ, ਆਪਣਾ ਵੀ ਨੁਕਸਾਨ ਹੋਊਗਾ। ਯਾਨੀ ਕਿ 3M ਜਿਹੜਾ ਆ ਬਹੁਤ ਜ਼ਿਆਦਾ ਸਾਡੇ ਕੋਲ। ਮੀਡੀਆ। ਹੁਣ ਮੀਡੀਆ ਕੀ ਹੈਗਾ? ਮੀਡੀਆ ਹੈਗਾ ਹੈ ਜੋ ਹਾਰਡਵੇਅਰ, ਸੌਫਟਵੇਅਰ ਜਾਂ ਉਪਕਰਨ ਜੋ ਅਸੀਂ ਯੂਜ਼ ਕਰ ਰਹੇ ਹਾਂ ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ। ਜਿਵੇਂ ਕਿ ਸਾਡੇ ਕੀ ਹੋ ਜਾਂਦੇ ਨੇ? ਆਡੀਓਸ ਹੋ ਜਾਂਦੇ ਨੇ, ਵੀਡੀਓਸ ਹੋ ਜਾਂਦੇ ਨੇ, ਜੋ ਤੁਹਾਨੂੰ ਮੀਡੀਆ ਦੇ ਰਾਹੀਂ ਦਿਖਾਇਆ ਜਾਂਦਾ ਹੈ। ਜਿਵੇਂ ਕਿ ਤੁਹਾਡੇ ਕੋਲ ਸਪੋਜ਼ ਕਰੋ ਤੁਹਾਡਾ ਕੋਲ ਫੋਨ ਆ, ਫੋਨ ਦੇ ਉੱਪਰ ਵੀਡੀਓ ਗੇਮ ਖੇਡ ਰਹੇ ਹੋ, ਉਹ ਕੀ ਹੈਗਾ? ਇੱਕ ਮੀਡੀਆ ਹੈ ਨਾ, ਇੱਕ ਮੀਡੀਆ ਹੈ ਜੋ ਕਿ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕੀ ਕਰਨਾ ਹੈ ਨਾ। ਔਰ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਮਤਲਬ ਕਿ ਅਗਰ ਕੰਪਿਊਟਰ ਦੇ ਵਿੱਚ ਜਾਂ ਜੋ ਅਸੀਂ ਇੰਟਰਨੈਟ ਯੂਜ਼ ਕਰ ਰਹੇ ਹਾਂ, ਵਾਈਫਾਈ ਯੂਜ਼ ਕਰ ਰਹੇ ਹਾਂ, ਹੈ ਨਾ, ਇਹ ਕੀ ਹੈਗੇ ਆ? ਇਹ ਮੀਡੀਆ ਹੈਗੇ ਆ, ਜਿਨ੍ਹਾਂ ਦੇ ਨਾਲ ਕੀ ਹੈ ਅਸੀਂ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਸਿੱਖ ਰਹੇ ਹਾਂ। ਜਦੋਂ ਤੱਕ ਸਾਡੇ ਕੋਲ ਇਹ ਮੀਡੀਆ ਨਹੀਂ ਹੋਊਗਾ, ਯਾਨੀ ਕਿ 4M ਨਹੀਂ ਹੋਊਗਾ, ਤਾਂ ਅਸੀਂ ਕੀ ਹੈ ਅੱਗੇ ਨਹੀਂ ਵੱਧ ਸਕਾਂਗੇ, ਹੈ ਨਾ।
ਅੱਗੇ ਵਧਣ ਵਾਸਤੇ ਸਾਨੂੰ ਕੀ ਹੈ ਮੀਡੀਆ ਦੀ ਵੀ ਲੋੜ ਪਏਗੀ। ਹੁਣ 4M ਜਿਹੜੇ ਆ ਸਾਡੇ ਲਈ ਜ਼ਰੂਰੀ ਹੋ ਚੁੱਕੇ ਆ, ਕਿਉਂਕਿ ਜਦੋਂ ਤੱਕ ਸਾਡੇ ਕੋਲ ਨਾ ਤਾਂ ਮਸ਼ੀਨਰੀ ਹੈਗੀ ਹੈ, ਨਾ ਮਟੀਰੀਅਲ ਹੈਗਾ, ਨਾ ਮੈਨ ਹੈਗਾ, ਨਾ ਮੀਡੀਆ ਹੈਗਾ, ਤਾਂ ਅਸੀਂ ਐਜੂਕੇਸ਼ਨਲ ਟੈਕਨੋਲੋਜੀ ਵਿੱਚ ਅੱਗੇ ਨਹੀਂ ਜਾ ਸਕਾਂਗੇ। ਠੀਕ ਹੈ, ਅੱਗੇ ਜਾਣ ਵਾਸਤੇ ਸਾਨੂੰ 4M ਜਿਹੜੇ ਆ ਉਹ ਚਾਹੀਦੇ ਹੀ ਚਾਹੀਦੇ ਨੇ। ਹੁਣ ਤੁਹਾਡੇ ਕੋਲ ਵੀਡੀਓ ਹੁੰਦੀ ਹੈ, ਟੀਚਰ ਤੁਹਾਨੂੰ ਸਕਰੀਨ ਦੇ ਉੱਪਰ ਵੀਡੀਓਜ਼ ਦਿਖਾਉਂਦਾ। ਹੁਣ ਆਪਣੇ ਵਿੱਚ ਕਈ ਲੈਕਚਰਸ ਚੱਲਦੇ ਨੇ ਜਿਹਦੇ ਵਿੱਚ ਵੀਡੀਓਜ਼ ਦਿਖਾਈਆਂ ਜਾਂਦੀਆਂ ਨੇ, ਜਿਵੇਂ ਮੈਂ ਹੀ ਤੁਹਾਨੂੰ ਆਹ ਸਕਰੀਨ ਸ਼ੇਅਰ ਕੀਤੀ ਹੋਈ ਹੈ ਨਾ, ਔਰ ਤੁਹਾਨੂੰ ਆਪਣੀ ਪੀਪੀਟੀ ਦਿਖਾ ਰਹੀ ਹਾਂ। ਏਦਾਂ ਹੀ ਕਲਾਸਰੂਮ ਦੇ ਵਿੱਚ ਜਦੋਂ ਤੁਹਾਡੇ ਪ੍ਰੈਕਟੀਕਲ ਸਬਜੈਕਟਸ ਦੇ ਉੱਪਰ ਟੀਚਿੰਗ ਹੁੰਦੀ ਹੈ ਤਾਂ ਤੁਹਾਨੂੰ ਪ੍ਰੋਜੈਕਟਰ ਦੇ ਉੱਪਰ ਦਿਖਾਇਆ ਜਾਂਦਾ ਹੈ ਕਿ ਕਿਵੇਂ ਕਿਵੇਂ ਕੰਮ ਹੋ ਰਿਹਾ। ਪ੍ਰੋਜੈਕਟਰ ਉੱਪਰ ਟੀਚਿੰਗ ਦਿੱਤੀ ਜਾਂਦੀ ਹੈ ਨਾ, ਪ੍ਰੋਜੈਕਟਰ ਦਾ ਇਸਤੇਮਾਲ ਕੀਤਾ ਜਾ ਰਿਹਾ। ਜਦੋਂ ਤੁਸੀਂ ਕੰਪਿਊਟਰ ਦੇ ਸਟੂਡੈਂਟ ਹੈਗੇ ਹੋ ਤਾਂ ਤੁਹਾਨੂੰ ਕੰਪਿਊਟਰ ਦੇ ਉੱਪਰ ਇੱਕ ਸੌਫਟਵੇਅਰ ਹੁੰਦਾ ਹੈ ਜਿਹਦੇ ਉੱਪਰ ਕੀ ਹੈ ਤੁਹਾਨੂੰ ਤੁਹਾਡੇ ਟੀਚਰ ਲੈਟਰ ਟਾਈਪ ਕਰਨੀ ਦੱਸਦੇ ਆ, ਹੈ ਨਾ, ਲੈਟਰ ਟਾਈਪ ਕਰਨੀ ਦੱਸਦੇ ਆ, ਕੁਝ ਬਣਾਉਣਾ ਦੱਸਦੇ ਆ। ਉਹ ਕੀ ਹੈਗਾ, ਇੱਕ ਮੀਡੀਆ ਦਾ ਸਿਸਟਮ ਹੈਗਾ। ਹੁਣ ਮੀਡੀਆ ਦੇ ਵਿੱਚ ਬਹੁਤ ਸਾਰੀ ਟੈਕਨੀਕਸ ਆਉਂਦੀਆਂ ਨੇ, ਜੋ ਅਸੀਂ ਵੀਡੀਓ ਗੇਮਸ ਪਲੇਸ ਕਰਦੇ ਆ, ਜੋ ਅਸੀਂ ਸੋਸ਼ਲ ਮੀਡੀਆ ਐਡਵਰਟਾਈਜ਼ਮੈਂਟ ਕੀ ਹੈ, ਐਡਵਰਟਾਈਜ਼ਮੈਂਟ ਸਾਡੀ ਮੀਡੀਆ ਹੈ ਨਾ। ਮਤਲਬ ਕਿ ਜਦੋਂ ਅਸੀਂ ਆਪਣੀ ਐਜੂਕੇਸ਼ਨ ਦੇ ਅਕੋਰਡਿੰਗ ਅਸੀਂ ਮੀਡੀਆ ਨੂੰ ਇਸਤੇਮਾਲ ਕਰ ਰਹੇ ਆ ਤਾਂ ਸਾਡੀ ਕੀ ਹੈ 4M ਦੀ ਜੋ ਕਮੀ ਹੈਗੀ ਆ ਉਹ ਪੂਰੀ ਹੋ ਰਹੀ ਆ, ਔਰ ਸਾਨੂੰ ਇਹ ਜ਼ਰੂਰੀ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਸਾਡੇ ਕੋਲ ਮੈਥਡਸ। ਹੁਣ ਮੈਥਡ ਕੀ ਹੈਗੇ ਨੇ? ਮੈਥਡਸ ਹੁੰਦੇ ਆ ਜਦੋਂ ਅਸੀਂ ਟੈਕਨੋਲੋਜੀ ਦੇ ਵਿੱਚ, ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ ਅਸੀਂ ਤਰੀਕੇ ਵਰਤ ਰਹੇ ਆ। ਹੁਣ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਤਰੀਕਾ। ਇੱਕ ਬਲੈਕ ਬੋਰਡ ਕੀ ਹੈਗਾ? ਬਲੈਕ ਬੋਰਡ ਤੁਹਾਡਾ ਇੱਕ ਮੈਥਡ ਹੈਗਾ, ਟੀਚਰ ਤੁਹਾਨੂੰ ਉਹਦੇ ਉੱਪਰ ਪਿਕਚਰਸ ਬਣਾ ਕੇ, ਹਰ ਚੀਜ਼ਾਂ ਬਣਾ ਕੇ ਤੁਹਾਨੂੰ ਦੱਸਦਾ ਹੈ ਨਾ। ਤੁਹਾਡੇ ਕੋਲ ਪਿਕਚਰਸ ਪਈਆਂ ਹੋਈਆਂ ਨੇ ਜਿਹਦੇ ਵਿੱਚ ਤੁਹਾਨੂੰ ਸਭ ਦੱਸਿਆ ਜਾ ਰਿਹਾ ਹੈ ਕਿ ਬੱਚੇ ਤੁਹਾਡੀ ਡਾਇਗਰਾਮ ਹੈ, ਬੱਚਾ ਤੁਸੀਂ ਏਦਾਂ ਡਿਜ਼ਾਈਨਿੰਗ ਕਰਨੀ ਹੈ, ਇਹ ਤੁਹਾਡੀ ਸਟ੍ਰੇਟ ਲਾਈਨਸ ਹੈ, ਤੁਹਾਡੀ ਵਰਟੀਕਲ ਲਾਈਨਸ ਹੈ, ਤੁਹਾਡੀ ਜ਼ਿਗਜ਼ੈਗ ਲਾਈਨਸ ਹੈ। ਔਰ ਇਸ ਤੋਂ ਇਲਾਵਾ ਢੰਗ ਕੁਝ ਵੀ ਹੋ ਸਕਦੇ ਆ, ਮਤਲਬ ਕਿ ਢੰਗ ਕਈ ਤਰ੍ਹਾਂ ਦੇ ਹੁੰਦੇ ਆ। ਹੁਣ ਕਿੰਨੇ ਤਰ੍ਹਾਂ ਦੇ ਢੰਗ ਹੁੰਦੇ ਆ ਮੈਥਡਸ ਜਿਹੜੇ ਅਸੀਂ ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ ਇਸਤੇਮਾਲ ਕਰਦੇ ਆ। ਹੁਣ ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ ਅਸੀਂ ਇਹ ਸਾਰੇ ਮੈਥਡ ਇਸਤੇਮਾਲ ਕਰਦੇ ਆ, ਜਿਵੇਂ ਡਾਇਰੈਕਟ ਇੰਸਟਰਕਸ਼ਨ, ਫਲਿਪਡ ਕਲਾਸਰੂਮ, ਕਾਈਨੈਸਥੈਟਿਕ ਲਰਨਿੰਗ, ਡਿਫਰੈਂਸ਼ੀਏਟਿਡ ਲਰਨਿੰਗ, inquiry based learning, expeditionary learning, personalized learning, game based learning। ਹੁਣ ਡਾਇਰੈਕਟ ਇੰਸਟਰਕਸ਼ਨਸ ਕੀ ਹੁੰਦੇ ਨੇ? ਡਾਇਰੈਕਟ ਇੰਸਟਰਕਸ਼ਨ ਹੁੰਦੇ ਨੇ ਜਦੋਂ ਇੱਕ ਟੀਚਰ ਤੁਹਾਨੂੰ ਡਾਇਰੈਕਟਲੀ ਹਰ ਇੱਕ ਚੀਜ਼ ਇੰਸਟਰਕਟ ਕਰਦਾ ਹੈ ਨਾ, ਤੁਹਾਨੂੰ ਡਾਇਰੈਕਟਲੀ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰਦਾ। ਮਤਲਬ ਕਿ ਡਾਇਰੈਕਟ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਬੁੱਕਸ ਦੇ ਜ਼ਰੀਏ ਤੁਹਾਡੇ ਨਾਲ ਤੁਹਾਨੂੰ ਕੀ ਹੈ ਹਰ ਇੱਕ ਚੀਜ਼ ਦੀ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰ ਰਿਹਾ, ਯਾਨੀ ਕਿ ਉਹ ਇੱਕ ਮੈਥਡ ਯੂਜ਼ ਕਰ ਰਿਹਾ ਜਿਹਦੇ ਨਾਲ ਕੀ ਹੈ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇ। ਹੁਣ ਫਲਿਪਡ ਕਲਾਸਰੂਮ ਕੀ ਹੁੰਦੀ ਹੈ? ਫਲਿਪਡ ਕਲਾਸਰੂਮ ਹੁੰਦੀ ਹੈ ਜਦੋਂ ਟੀਚਰ ਕਲਾਸਰੂਮ ਦੀ ਜੋ ਟੀਚਿੰਗ ਹੁੰਦੀ ਆ ਉਸ ਤੋਂ ਹਟ ਕੇ ਤੁਹਾਨੂੰ ਕਰਵਾਉਂਦਾ ਕੰਮ, ਯਾਨੀ ਕਿ ਥੋੜਾ ਚੇਂਜ ਕਰ ਦਿੰਦਾ। ਉਹ ਤੁਹਾਨੂੰ ਚੀਜ਼ਾਂ ਨੂੰ ਪ੍ਰੈਕਟੀਕਲ ਵੇਸ ਦੇ ਨਾਲ ਜਾਂ ਫਿਰ ਤੁਹਾਨੂੰ ਕੰਮ ਦਿੰਦੇ ਹੋਏ ਤੁਹਾਨੂੰ ਕਹਿੰਦਾ ਕਿ ਇਹਨੂੰ ਅਪਲਾਈ ਕਰੋ। ਉਹ ਕੀ ਹੁੰਦੀ ਹੈ? ਫਲਿਪਡ ਕਲਾਸਰੂਮ, ਯਾਨੀ ਕਿ ਅਸੀਂ ਉਸ ਕੰਮ ਨੂੰ ਫਲਿਪਡ ਕਰ ਦਿੰਦੇ ਆ, ਯਾਨੀ ਕਿ ਰੋਟੇਟ ਕਰ ਦਿੰਦੇ ਆ, ਉਹਦਾ ਤਰੀਕਾ ਚੇਂਜ ਕਰ ਦਿੰਦੇ ਆ। ਠੀਕ ਹੈ, ਉਸ ਤੋਂ ਬਾਅਦ ਆਂਦੀ ਹੈ ਕਾਈਨੈਸਥੈਟਿਕ ਲਰਨਿੰਗ। ਹੁਣ ਕਾਈਨੈਸਥੈਟਿਕ ਲਰਨਿੰਗ ਕੀ ਹੁੰਦੀ ਹੈ? ਕੁਝ ਬੱਚੇ ਅਸੀਂ ਦੇਖਦੇ ਆ ਕਿ ਬਹੁਤ ਜ਼ਿਆਦਾ ਨਾ ਮਤਲਬ ਕਿ ਟਿਕ ਕੇ ਬੈਠ ਕੇ ਕੰਮ ਕਰਨ ਵਾਲੇ ਨਹੀਂ ਹੁੰਦੇ, ਉਹ ਟਪ ਕੇ ਕੰਮ ਕਰਦੇ ਆ, ਹੈ ਨਾ। ਕਦੇ ਇੱਧਰ ਚਲੇ ਜਾਂਦੇ ਆ, ਕਦੇ ਉੱਧਰ ਚਲੇ ਜਾਂਦੇ ਆ, ਕਦੇ ਇਹ ਕਰ ਲੈਂਦੇ ਆ, ਕਦੇ ਉਹ ਕਰ ਲੈਂਦੇ ਆ, ਯਾਨੀ ਕਿ ਉਹਨਾਂ ਦੇ ਮਨ ਦੇ ਅੰਦਰ ਟਿਕਾ ਨਹੀਂ ਹੁੰਦਾ। ਸਟਾਰਟਿੰਗ ਤੋਂ ਹੀ ਕਈ ਬੱਚੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਮਨ ਦੇ ਅੰਦਰ ਟਿਕਾ ਨਹੀਂ ਹੁੰਦਾ, ਔਰ ਉਹਨਾਂ ਵਾਸਤੇ ਕੀ ਹੈ ਕਾਈਨੈਸਥੈਟਿਕ ਲਰਨਿੰਗ ਇਸਤੇਮਾਲ ਕੀਤੀ ਜਾਂਦੀ ਹੈ। ਮਤਲਬ ਕਿ ਉਹ ਕਾਈਨੈਸਥੈਟਿਕ ਲਰਨਿੰਗ ਹੁੰਦੇ ਆ, ਉਹ ਕੀ ਹੈ ਖੁਦ ਇੱਧਰ ਉੱਧਰ ਹੱਥ ਮਾਰਦੇ ਹੋਏ, ਖੁਦ ਇੱਧਰ ਉੱਧਰ ਕੰਮ ਕਰਦੇ ਹੋਏ ਇਸ ਮੈਥਡ ਦਾ ਇਸਤੇਮਾਲ ਕਰਦੇ ਆ ਔਰ ਇਸ ਹਿਸਾਬ ਦੇ ਨਾਲ ਸਿੱਖਦੇ ਆ। ਉਹਨਾਂ ਨੂੰ ਤੁਸੀਂ ਕਦੇ ਵੀ ਬੰਨ ਕੇ ਨਹੀਂ ਰੱਖ ਸਕਦੇ, ਠੀਕ ਹੈ। ਜਦੋਂ ਉਹਨਾਂ ਨੂੰ ਤੁਸੀਂ ਕੰਮ ਕਰਾਉਣਾ ਹੈ ਤਾਂ ਉਹ ਏਦਾਂ ਟੱਪਦੇ ਹੋਏ, ਜਾਂ ਫਿਰ ਉਹਨਾਂ ਦਾ ਪਤਾ ਕੀ ਹੁੰਦਾ, ਉਹ ਬੱਚੇ ਉਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਦਿਮਾਗ
ਦਿਮਾਗ ਬਹੁਤ ਸ਼ਾਰਪ ਹੁੰਦਾ ਔਰ ਕਈ ਜਗ੍ਹਾ ਭੱਜਦਾ ਹੁੰਦਾ, ਤਾਂ ਤੁਸੀਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ। ਯਾਨੀ ਕਿ ਉਹ ਕੀ ਹੈ, ਜੋ ਤੁਸੀਂ ਦੱਸ ਰਹੇ ਹੋ, ਜੋ ਤੁਸੀਂ ਤਰੀਕੇ ਦੱਸ ਰਹੇ ਹੋ, ਉਹਨਾਂ ਤੋਂ ਇਲਾਵਾ ਵੀ ਉਹ ਕੀ ਹੈ ਆਪਣੇ ਦਿਮਾਗ ਦੇ ਸਰਚ ਕਰਦਾ ਰਹਿੰਦਾ ਹੈ ਔਰ ਪ੍ਰੈਕਟੀਕਲੀ ਵੇਸ ਦੇ ਨਾਲ ਅਪਲਾਈ ਕਰਦਾ ਰਹਿੰਦਾ ਹੈ। ਔਰ ਇਹ ਬੱਚੇ ਜਿਹੜੇ ਹੁੰਦੇ ਆ ਉਹ ਕਾਈਨੈਸਥੈਟਿਕ ਲਰਨਰ ਹੁੰਦੇ ਆ, ਯਾਨੀ ਕਿ ਇਹਨਾਂ ਦੀ ਲਰਨਿੰਗ ਮੈਮਰੀ ਇੰਨੀ ਤੇਜ਼ ਹੁੰਦੀ ਹੈ ਔਰ ਇਹ ਬੱਚੇ ਕਦੇ ਟਿਕ ਕੇ ਨਹੀਂ ਪੜ ਸਕਦੇ, ਨਾ ਇਹਨਾਂ ਨੂੰ ਟਿਕ ਕੇ ਪੜਾ ਸਕਦੇ ਆ। ਹੁਣ ਡਿਫਰੈਂਸ਼ੀਏਟਿਡ ਇੰਸਟਰਕਸ਼ਨਸ ਕੀ ਹੁੰਦੀਆਂ? ਡਿਫਰੈਂਸ਼ੀਏਸ਼ਨ ਇੰਸਟਰਕਸ਼ਨਸ ਹੁੰਦੀਆਂ ਨੇ ਜਦੋਂ ਟੀਚਰ ਇੱਕ ਡਿਫਰੈਂਟ ਵੇ ਦੇ ਨਾਲ ਬੱਚੇ ਦੇ ਨਾਲ ਕੰਮ ਕਰਾਂਦਾ ਹੈ। ਜਿਵੇਂ ਬੱਚੇ ਨੂੰ ਉਹ ਕੀ ਕਰਦਾ ਹੈ, ਪ੍ਰੈਕਟੀਕਲੀ ਦੇ ਦਿੰਦਾ ਕੰਮ ਕਰਨ ਨੂੰ ਕਿ ਆ ਲੋ ਬੱਚੇ, ਇਹ ਮੈਂ ਤੁਹਾਨੂੰ ਪ੍ਰੈਕਟੀਕਲੀ ਕਰਨ ਵਾਸਤੇ ਦੇ ਰਿਹਾ ਔਰ ਤੁਸੀਂ ਇਹਨੂੰ ਖੁਦ ਪ੍ਰੈਕਟੀਕਲੀ ਕਰਕੇ ਦੇਖੋ। ਹੁਣ ਟੀਚਰ ਨੇ ਕੀ ਹੈ, ਤੁਹਾਨੂੰ ਸਟਿਚ ਦੱਸ ਦਿੱਤਾ ਹੈ ਨਾ, ਜਾਂ ਤੁਹਾਨੂੰ ਕੋਈ ਟੌਪਿਕ ਦੱਸ ਦਿੱਤਾ ਔਰ ਉਹਨੇ ਸਿੰਪਲੀ ਤਰੀਕੇ ਨਾਲ ਦੱਸਿਆ ਔਰ ਤੁਹਾਨੂੰ ਕਹਿ ਦਿੱਤਾ ਕਿ ਤੁਸੀਂ ਇਹਨੂੰ ਆਪਣੇ ਤਰੀਕੇ ਦੇ ਨਾਲ ਕਰੋ, ਯਾਨੀ ਕਿ ਇੱਕ ਡਿਫਰੈਂਟ ਮੈਥਡ ਯੂਜ਼ ਕਰਦੇ ਹੋਏ ਉਹਨੇ ਕੀ ਕੀਤਾ, ਇੱਕ ਐਜੂਕੇਸ਼ਨ ਦੀ ਜੋ ਮਾਧਿਅਮ ਆ ਉਹਦਾ ਇਸਤੇਮਾਲ ਕੀਤਾ। ਉਸ ਤੋਂ ਬਾਅਦ ਹੈਗਾ ਇਨਕੁਆਇਰੀ ਬੇਸਡ ਲਰਨਿੰਗ। ਹੁਣ ਇਨਕੁਆਇਰੀ ਬੇਸਡ ਲਰਨਿੰਗ ਕੀ ਹੁੰਦੀ ਹੈ? ਇਨਕੁਆਇਰੀ ਬੇਸਡ ਲਰਨਿੰਗ ਹੁੰਦੀ ਹੈ ਜਿਹਦੇ ਵਿੱਚ ਟੀਚਰ ਕੀ ਹੈ, ਕੁਐਸਚਨ ਆਨਸਰਿੰਗ ਕਰਦਾ ਆਪਣੇ ਬੱਚਿਆਂ ਦੇ ਨਾਲ ਔਰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਬੱਚੇ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਔਰ ਉਹ ਮੇਰੇ ਤੋਂ ਕੀ ਪੁੱਛਣਾ ਚਾਹ ਰਿਹਾ ਹੈ ਨਾ। ਇਨਕੁਆਇਰੀ ਲੈਂਦਾ ਬੱਚੇ ਦੀ ਕਿ ਮੈਂ ਦੇਖਾਂ ਕਿ ਕੁਐਸਚਨਿੰਗ ਆਨਸਰਿੰਗ ਕਰਾਂ ਮੈਂ ਇਹਦੇ ਨਾਲ, ਬੱਚੇ ਦੇ ਨਾਲ, ਔਰ ਮੈਂ ਦੇਖਾਂ ਕਿ ਇਹ ਮੇਰਾ ਲੈਸਨ ਸੁਣ ਵੀ ਰਿਹਾ ਸੀ ਕਿ ਨਹੀਂ ਸੁਣ ਰਿਹਾ ਸੀ ਔਰ ਇਹਦਾ ਧਿਆਨ ਕਿੱਥੇ ਸੀ, ਇਹਦੇ ਦਿਮਾਗ ਵਿੱਚ ਕੀ ਚੱਲ ਰਿਹਾ, ਕੀ ਜੋ ਇਹਦੇ ਦਿਮਾਗ ਵਿੱਚ ਚੱਲ ਰਿਹਾ ਹੈ ਮੈਂ ਉਹਨੂੰ ਪੂਰਾ ਕਰ ਪਾ ਰਿਹਾ ਹੈ ਨਾ। ਔਰ ਬੱਚੇ ਦੇ ਅਗਰ ਜਦੋਂ ਕੁਐਸਚਨਿੰਗ ਆਨਸਰਿੰਗ ਜਦੋਂ ਇਨਕੁਆਇਰੀ ਬੇਸਡ ਲਰਨਿੰਗ ਹੁੰਦਾ ਨਾ, ਇਹਦੇ ਵਿੱਚ ਬੱਚੇ ਦੀ ਇੰਟਰਨਲ ਚੀਜ਼ ਸਾਰੀ ਸਾਹਮਣੇ ਆ ਜਾਂਦੀ ਹੈ। ਮਤਲਬ ਕਿ ਬੱਚਾ ਕੀ ਸੋਚ ਰਿਹਾ ਹੈ, ਉਹ ਇਨਕੁਆਇਰੀ ਦੇ ਬੇਸ ਜਦੋਂ ਟੀਚਰ ਕੁਐਸਚਨ ਆਨਸਰ ਰਾਉਂਡ ਕਰਦੇ ਆ ਉਹਦੇ ਨਾਲ ਕੀ ਹੈ, ਇੱਕ ਬੱਚੇ ਦੀ IQ ਪਤਾ ਲੱਗ ਜਾਂਦੀ ਹੈ। ਜਿਵੇਂ ਤੁਹਾਡੇ ਓਰਲ ਟੈਸਟ ਹੁੰਦੇ ਨੇ, ਓਰਲ ਟੈਸਟ ਜਦੋਂ ਹੁੰਦੇ ਨੇ ਉਹ ਇਨਕੁਆਇਰੀ ਬੇਸਡ ਲਰਨਿੰਗ ਹੈ, ਯਾਨੀ ਕਿ ਟੀਚਰ ਨੇ ਓਰਲ ਵੇ ਦੇ ਨਾਲ ਤੁਹਾਡੇ ਕੋਲੋਂ ਕੁਝ ਪੁੱਛਿਆ, ਤੁਸੀਂ ਉਹਦਾ ਜਵਾਬ ਦਿੱਤਾ, ਅਗਰ ਨਹੀਂ ਦਿੱਤਾ ਤਾਂ ਟੀਚਰ ਨੂੰ ਕੀ ਪਤਾ ਚੱਲ ਗਿਆ ਕਿ ਇਸ ਬੱਚੇ ਨੂੰ ਇਸ ਟੌਪਿਕ ਬਾਰੇ ਨਹੀਂ ਪਤਾ ਹੈ ਨਾ, ਇਨਕੁਆਇਰੀ ਕੀਤੀ ਔਰ ਨਹੀਂ ਪਤਾ ਲੱਗਾ। ਇਹਦੇ ਨਾਲ ਕੀ ਹੈ, ਟੀਚਰ ਨੂੰ ਬੱਚੇ ਦੀ ਜਜਮੈਂਟ ਕਰਨੀ ਈਜ਼ੀ ਹੋ ਜਾਂਦੀ ਹੈ। ਇਨਕੁਆਇਰੀ ਬੇਸਡ ਲਰਨਿੰਗ ਦੇ ਵਿੱਚ ਟੀਚਰ ਨੂੰ ਬੱਚੇ ਦੀ ਜਜਮੈਂਟ ਕਰਨੀ ਈਜ਼ੀ ਹੋ ਜਾਂਦੀ ਹੈ ਔਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਬੱਚਾ ਕਿੱਥੇ ਸਟੈਂਡ ਕਰ ਰਿਹਾ। ਔਰ ਜੋ ਬੱਚੇ ਇੰਟੈਲੀਜੈਂਟ ਹੁੰਦੇ ਨੇ ਉਹ ਜੋ ਟੌਪਿਕ ਕਰਵਾਇਆ ਉਸ ਤੋਂ ਇਲਾਵਾ ਵੀ ਇਨਫੋਰਮੇਸ਼ਨ ਲੈਣ ਦੀ ਟੀਚਰ ਤੋਂ ਕੋਸ਼ਿਸ਼ ਕਰਦੇ ਨੇ, ਯਾਨੀ ਕਿ ਇਨਕੁਆਇਰੀ ਬੇਸਡ ਮੈਥਡ ਜੋ ਹੈ ਉਹ ਇੰਨਾ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ ਜਿਹਦੇ ਵਿੱਚ ਬੱਚਾ ਆਪਣੇ ਦਿਲ ਦੀ ਗੱਲ ਟੀਚਰ ਨਾਲ ਕਹਿ ਸਕਦਾ ਹੈ ਔਰ ਟੀਚਰ ਜੋ ਹੈ ਉਹਦੇ ਦਿਲ ਦੀ ਗੱਲ ਬੁੱਝ ਸਕਦਾ ਹੈ। ਉਸ ਤੋਂ ਬਾਅਦ ਆਂਦਾ ਹੈ ਐਕਸਪੈਂਡਿਸ਼ਨਰੀ ਲਰਨਿੰਗ। ਹੁਣ ਇਹ ਕੀ ਹੈ? ਵਿਸਥਾਰ ਸਿਖਲਾਈ। ਜਦੋਂ ਉਹ ਥੋਰੋਲੀ ਪ੍ਰੈਕਟੀਕਲੀ ਵਿਸਥਾਰ ਪੂਰਵਕ ਹਰ ਇੱਕ ਚੀਜ਼ ਨੂੰ ਕਰਕੇ ਦੱਸਦਾ ਹੈ, ਠੀਕ ਹੈ, ਜਿਵੇਂ ਕਿ ਮਾਡਲ ਬਣਾ ਕੇ, ਚਾਰਟਸ ਬਣਾ ਕੇ ਬੱਚੇ ਨੂੰ ਇੱਕ ਐਜੂਕੇਸ਼ਨ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਅਸੀਂ ਮਾਡਲਸ ਦਾ ਇਸਤੇਮਾਲ ਕਰਦੇ ਆ। ਜਦੋਂ ਬੱਚੇ ਮਾਡਲਸ ਬਣਾਉਂਦੇ ਆ, ਹੈ ਨਾ, ਆਪਾਂ ਹੁਣ ਸਾਇੰਸ ਦੇ ਪ੍ਰੋਜੈਕਟ ਕਰਦੇ ਆ ਤਾਂ ਸਾਨੂੰ ਮਾਡਲ ਮਿਲਦੇ ਨੇ, ਜਿਵੇਂ ਤੁਹਾਨੂੰ ਕਹਿੰਦੇ ਨੇ ਵੀ ਹਾਰਟ ਦਾ ਸਿਸਟਮ ਕਿਵੇਂ ਕੰਮ ਕਰਦਾ, ਤੁਸੀਂ ਇਹਨੂੰ ਮਾਡਰਨ ਤਰੀਕੇ ਦੇ ਨਾਲ ਜਾਂ ਮਾਡਲ ਦੇ ਵਿੱਚ ਤੁਸੀਂ ਐਕਸਪ੍ਰੈਸ ਕਰੋ ਤਾਂ ਬੱਚੇ ਕੀ ਆ ਆਪਣਾ ਦਿਮਾਗ ਲਗਾਉਂਦੇ ਨੇ, ਇੱਕ ਮੈਥਡ ਇਸਤੇਮਾਲ ਕਰਦੇ ਨੇ, ਉਹਨੂੰ ਮਾਡਲ ਦੇ ਰੂਪ ਦੇ ਵਿੱਚ ਦੱਸਦੇ ਨੇ, ਹੈ ਨਾ। ਹੁਣ ਬਿਜਲੀ ਵਾਲਾ ਬੱਚਾ ਹੈਗਾ, ਉਹਨੂੰ ਤਾਰਾਂ ਫਿੱਟ ਕਰਨੀਆਂ ਦੱਸਦੀਆਂ, ਬਟ ਉਹਨੂੰ ਟੀਚਰ ਨੇ ਪ੍ਰੈਕਟੀਕਲੀ ਕਿਆ ਕਹਿਣਾ ਕਿ ਇਹ ਬਲਬ ਚਲਾ ਕੇ ਦਿਖਾ ਕੇ ਉਹਨੂੰ ਤਾਰਾਂ ਫਿੱਟ ਕਰਨੀਆਂ ਦੱਸੀਆਂ ਨੇ, ਤਾਂ ਉਹ ਕੀ ਕਰਦੇ ਆ, ਮਤਲਬ ਕਿ ਇੱਕ ਐਕਸਪੈਂਡਿਸ਼ਨਰੀ ਲਰਨਿੰਗ ਦਾ ਮੈਥਡ ਇਸਤੇਮਾਲ ਕਰ ਰਹੇ ਆ ਜਿਹਦੇ ਵਿੱਚ ਕੀ ਕਰਦੇ ਪਏ ਆ, ਉਹ ਪ੍ਰੈਕਟੀਕਲੀ ਕੰਮ ਨੂੰ ਕਰਕੇ ਦੇਖ ਰਿਹਾ ਬਾय ਮੇਕਿੰਗ ਮॉडल्स, है ना, बाय मेकिंग चार्ट्स, मतलब कि ਉਹਨੂੰ ਅਪਲਾਈ ਕਰਦੇ ਹੋਏ। ਹੁਣ ਮੈਂ ਤੁਹਾਨੂੰ ਸਟਿਚਸ ਦੱਸ ਦਿੱਤੇ, ਹੈ ਨਾ, ਮੈਂ ਤੁਹਾਨੂੰ ਸਟਿਚਸ ਦੱਸ ਦੇ, ਬੱਚੇ ਬੇਸਿਕ ਸਟਿਚਸ ਇਹ ਆ, ਮੇਰੇ ਪ੍ਰੈਕਟੀਕਲ ਆਂਦੇ ਆ ਉਹਦੇ ਵਿੱਚ ਮੈਂ ਤੁਹਾਨੂੰ ਸਟਿਚਸ ਦੱਸਦੀ ਆ ਕਿ ਤੁਹਾਡੇ ਪ੍ਰੈਕਟੀਕਲ ਇਹ ਹੈਗੇ ਨੇ। ਬਟ ਜਦੋਂ ਤੁਸੀਂ ਉਹਨੂੰ ਕੱਪੜਾ ਫਰੇਮ ਲੈ ਕੇ ਉਹਦੇ ਉੱਪਰ ਕੀ ਆ ਉਹਨੂੰ ਬਣਾ ਕੇ ਵੇਖਦੇ ਹੋ ਪ੍ਰੈਕਟੀਕਲੀ ਵੇ ਦੇ ਨਾਲ, ਉਹਨੂੰ ਅਪਲਾਈ ਕਰਦੇ ਹੋ, ਉਹ ਕੀ ਤੁਹਾਡੇ ਆ ਜਾਂਦੇ ਐਕਸਪੈਂਡਿਸ਼ਨਰੀ ਲਰਨਿੰਗ। ਉਸ ਤੋਂ ਬਾਅਦ ਹੈਗਾ ਵਿਅਕਤੀਗਤ ਸਿਖਲਾਈ, ਯਾਨੀ ਕਿ ਪਰਸਨਲਾਈਜ਼ਡ ਲਰਨਿੰਗ। ਇਹਦੇ ਵਿੱਚ ਕੀ ਹੁੰਦਾ ਹੈ
ਇਹਦੇ ਵਿੱਚ ਬੱਚਾ ਜੋ ਹੈ ਉਹ ਟੀਚਰ ਤੋਂ ਥੋੜਾ ਇੱਕ ਸਟੈਪ ਅੱਗੇ ਹੋ ਜਾਂਦਾ ਹੈ। ਮਤਲਬ ਕਿ ਜੋ ਟੀਚਰ ਨੇ ਉਸਨੂੰ ਪੜਾਇਆ ਉਹ ਕੀ ਕਰਦਾ ਹੈ, ਘਰ ਜਾਂਦਾ ਹੈ, ਘਰ ਜਾ ਕੇ ਉਹਦੇ ਉੱਪਰ ਹੋਰ ਸਰਚ ਕਰਨੀ ਸ਼ੁਰੂ ਕਰ ਦਿੰਦਾ ਹੈ, ਆਲੇ ਦੁਆਲੇ ਹੋਰ ਪੁੱਛਣਾ ਸ਼ੁਰੂ ਕਰ ਦਿੰਦਾ ਹੈ। ਯਾਨੀ ਕਿ ਉਹ ਵਿਅਕਤੀਗਤ ਤੌਰ ਤੇ ਖੁਦ ਨੂੰ ਉਸ ਚੀਜ਼ ਲਈ ਪਰਫੈਕਟ ਕਰ ਰਿਹਾ ਹੈ ਨਾ, ਯਾਨੀ ਕਿ ਇੱਕ ਪਰਸਨਲੀ ਲਰਨਿੰਗ ਮੈਥਡ ਯੂਜ਼ ਹੋ ਰਿਹਾ ਹੈ। ਉਹ ਆਪਣੇ ਆਪ ਨੂੰ ਪਰਫੈਕਟ ਕਰਨ ਦੇ ਲਈ ਖੁਦ ਤੇ ਖੁਦ ਵਰਕ ਕਰ ਰਿਹਾ। ਇਹਦੇ ਵਿੱਚ ਸਟੂਡੈਂਟ ਦੀ ਜੋ ਕੰਮ ਹੁੰਦਾ ਉਹ ਥੋੜਾ ਵੱਧ ਜਾਂਦਾ। ਕਿਉਂ? ਕਿਉਂਕਿ ਟੀਚਰ ਨੇ, ਹੁਣ ਮੈਂ ਤੁਹਾਨੂੰ ਸਟਿਚ ਦੱਸੇ, ਮੈਂ ਤੁਹਾਨੂੰ ਕਿਹਾ ਕਿ ਬੱਚੇ ਆ ਸਟਿਚ ਐਵੇਂ ਪੈਂਦਾ ਹੈ ਨਾ, ਤੁਸੀਂ ਉਹ ਸਿੱਖ ਲਿਆ, ਬਟ ਤੁਸੀਂ ਕੀ ਕੀਤਾ, ਆਪਣੇ ਮੰਮੀ ਨੂੰ, ਆਪਣੀ ਦਾਦੀ ਨੂੰ, 올ਡ ਟ੍ਰੈਡੀਸ਼ਨਲ ਉਹਦੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਨਾ। ਔਰ ਮਤਲਬ ਕਿ ਜਦੋਂ ਪੁੱਛਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਤੁਹਾਨੂੰ ਉਹਦੇ ਨਾਲ ਰਿਲੇਟਿਡ ਪੁਰਾਣੀਆਂ ਹੋਰ ਟੈਕਨੀਕਸ ਦੱਸਦੀਆਂ ਕਿ ਬੱਚੇ ਅਸੀਂ ਤਾਂ ਆ ਵੀ ਕਰਦੇ ਸੀ, ਆ ਵੀ ਕਰਦੇ ਸੀ, ਹੈ ਨਾ, ਇਹਦੇ ਵਿੱਚ ਆ ਵੀ ਹੋ ਸਕਦਾ, ਆ ਵੀ ਹੋ ਸਕਦਾ। ਤੁਹਾਡੇ ਵਿੱਚ ਟੀਚਰ ਦਾ ਮੈਥਡ ਤਾਂ ਦਿਮਾਗ ਵਿੱਚ ਫੀਡ ਹੋ ਹੀ ਗਿਆ, ਬਟ ਜਦੋਂ ਤੁਸੀਂ ਆਲੇ ਦੁਆਲੋਂ ਯਾਨੀ ਪਰਸਨਲ ਤੌਰ ਤੇ ਲਰਨਿੰਗ ਸ਼ੁਰੂ ਕੀਤੀ, ਆਪਣੀ ਹੋਰ ਬੁੱਕਸ ਪੜ੍ਹਨੀਆਂ ਸ਼ੁਰੂ ਕਰਤੀਆਂ, ਹੋਰ ਬੰਦਿਆਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ, ਔਰ ਹੋਰ ਟੈਕਨੀਕਸ ਵੀ ਜਾਣਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇੱਕ ਐਪਲਿਕ ਹੈ, ਐਪਲਿਕ ਵਰਕ ਨੂੰ ਕਰਨ ਵਾਸਤੇ ਕੀ ਹੈ, ਇੱਕ ਟੈਕਨੀਕ ਹੈਗੀ ਹੈ, ਇੱਕ ਮੈਥਡ ਹੈਗਾ। ਉਹ ਮੈਥਡ 2-3 ਢੰਗਾਂ ਦੇ ਨਾਲ ਹੋ ਸਕਦਾ, ਬਟ ਤੁਹਾਨੂੰ ਇੱਕ ਢੰਗ ਟੀਚਰ ਨੇ ਸਿਖਾਇਆ, ਜਦੋਂ ਤੁਸੀਂ ਬਾਕੀ 2 ਮੈਥਡਸ ਇਧਰੋਂ ਉਧਰੋਂ ਪੁੱਛਦੇ ਹੋਏ ਸਿੱਖੇ, ਕੁਝ ਮੰਮੀ ਤੋਂ ਪੁੱਛ ਲਏ, ਕੁਝ ਆਪਣੇ ਦਾਦੀ ਤੋਂ ਪੁੱਛ ਲਏ, ਜਾਂ ਕਿਸੇ ਹੋਰ ਤੋਂ, ਰਿਲੇਟਿਵਸ ਤੋਂ, ਫਰੈਂਡ ਤੋਂ, ਜਿਹਨੂੰ ਜੋ ਟੈਕਨੀਕ ਆਂਦੀ ਸੀ। ਮਤਲਬ ਕਿ ਤੁਸੀਂ ਕੀ ਕੀਤਾ, ਇੱਕ ਵਿਅਕਤੀਗਤ ਪਰਸਨਲੀ ਤੌਰ ਤੇ ਖੁਦ ਨੂੰ ਲਰਨਿੰਗ ਦਿੱਤੀ, ਮਤਲਬ ਕਿ ਖੁਦ ਨੂੰ ਖੁਦ ਟ੍ਰੀਟ ਕੀਤਾ। ਇਹਦੇ ਵਿੱਚ ਕੀ ਹੈ, ਤੁਹਾਡਾ ਰੋਲ ਵੱਧ ਗਿਆ, ਤੁਹਾਡੀ ਅਹਿਮੀਅਤ ਵੱਧ ਗਈ, ਤੁਹਾਡਾ ਕੰਮ ਵੱਧ ਗਿਆ। ਹੁਣ ਉਸ ਤੋਂ ਬਾਅਦ ਹੈਗਾ ਨੈਕਸਟ ਗੇਮ ਬੇਸਡ ਲਰਨਿੰਗ। ਹੁਣ ਗੇਮ ਬੇਸਡ ਲਰਨਿੰਗ ਕੀ ਹੁੰਦੀ ਹੈ, ਜਦੋਂ ਅਸੀਂ ਪਲੇ ਕਰਦੇ ਹੋਏ, ਟੀਚਰ ਜੋ ਹੈ ਬੱਚੇ ਨੂੰ ਇੱਕ ਕੰਮ ਦਿੰਦਾ ਔਰ ਉਹ ਗੇਮ ਖਿਡਾਉਂਦੇ ਹੋਏ ਉਹਨੂੰ ਟੀਚਿੰਗ ਦੇ ਦਿੰਦਾ। ਹੁਣ ਛੋਟੇ ਬੱਚੇ ਹੁੰਦੇ ਆ ਜਦੋਂ ਨਰਸਰੀ ਕੇਜੀ ਦੇ, ਉਹਨਾਂ ਨੂੰ ਕਲਰਸ ਨਹੀਂ ਸਮਝ ਆਉਂਦੇ ਜਾਂ 1 2 3 ਕਾਊਂਟਿੰਗਸ ਨਹੀਂ ਸਮਝ ਆਉਂਦੀਆਂ, ਉੱਥੇ ਗੇਮ ਬੇਸਡ ਲਰਨਿੰਗ ਵਰਤੀ ਜਾਂਦੀ ਹੈ। ਯਾਨੀ ਕਿ ਕੀ ਕੀਤਾ ਜਾਂਦਾ ਹੈ, ਗੇਮਸ ਸਿਖਾਈਆਂ ਜਾਂਦੀਆਂ ਨੇ। ਇੱਕ ਰਿੰਗ ਹੁੰਦਾ, ਰਿੰਗ ਪਾਉਂਦੇ ਆ ਔਰ ਟੀਚਰ ਬੋਲਦਾ 1, ਰਿੰਗ ਪਾਉਂਦਾ, ਟੀਚਰ ਬੋਲਦਾ 2, ਰਿੰਗ ਪਾਉਂਦਾ, ਟੀਚਰ ਬੋਲਦਾ 3, ਔਰ ਬੱਚੇ ਕੀ ਹੈ ਉਸਨੂੰ ਜਲਦੀ ਕੈਚ ਕਰਦੇ ਆ। ਠੀਕ ਹੈ, ਉਹ ਕੀ ਹੁੰਦੀ ਹੈ ਸਾਡੀ ਗੇਮ ਬੇਸਡ ਲਰਨਿੰਗ। ਜਦੋਂ ਅਸੀਂ ਗੇਮਸ ਦੀ ਟੈਕਨੀਕ ਯੂਜ਼ ਕਰਦੇ ਹੋਏ ਬੱਚੇ ਨੂੰ ਲਰਨਿੰਗ ਦਿੰਦੇ ਆ, ਜਿਵੇਂ ਤੁਹਾਡੇ ਗੇਮ ਬੇਸਡ ਲਰਨਿੰਗ ਕੀ ਹੋ ਜਾਂਦੀ ਹੈ, ਕੁਇਜ਼। ਜਿਹੜੇ ਵੱਡੀ ਕਲਾਸਿਸ ਹੁੰਦੀਆਂ ਨੇ ਉਹਦੇ ਵਿੱਚ ਗੇਮ ਬੇਸਡ ਲਰਨਿੰਗ ਆ ਜਾਂਦੀ ਹੈ, ਕੁਇਜ਼। ਜਿਵੇਂ ਕੁਇਜ਼ ਅਰੇਂਜ ਕਰ ਲੈਂਦੇ ਆ ਟੀਚਰ, ਕੀ ਕਰਦੇ ਆ, ਕੁਇਜ਼ ਅਰੇਂਜ ਕਰਦੇ ਆ ਔਰ ਪਾਰਟੀਆਂ ਬਣਾ ਦਿੰਦੇ ਆ, ਇਹ 1 ਪਾਰਟੀ, 2 ਪਾਰਟੀ, 3 ਪਾਰਟੀ, 4 ਪਾਰਟੀ, 4 ਪਾਰਟੀਆਂ ਦੇ ਵਿੱਚ ਬੱਚੇ ਡਿਵਾਈਡ ਕਰ ਦਿੰਦੇ ਆ ਕਿ 5 ਇਹ ਹੋ ਗਏ, ਜਿਹਦੇ ਚੋਂ ਇੱਕ ਬੈਸਟ ਬੱਚਾ ਇੰਟੈਲੀਜੈਂਟ, ਬਾਕੀ ਮੀਡੀਅਮ ਔਰ लो। मतलब कि टीचर की है 4 जो है ਪਾਰਟੀਆਂ ਬਣਾ ਦਿੰਦੇ ਆ ਔਰ ਕਹਿੰਦੇ ਆ ਕਿ ਅੱਜ ਮੈਂ ਤੁਹਾਡੇ ਨਾਲ ਕੁਇਜ਼ ਕਰੂੰਗੀ ਔਰ ਦੇਖੂੰਗੀ ਕਿ ਤੁਸੀਂ ਕਿੰਨਾ ਕੁ ਵਧੀਆ ਕੁਇਜ਼ ਦਾ ਰਿਸਪੌਂਸ ਦਿੰਦੇ ਹੋ, ਕਿੰਨੇ ਆਨਸਰ ਬੈਸਟ ਦਿੰਦੇ ਹੋ, ਤੁਹਾਡੀ ਮਾਰਕਿੰਗ ਹੋਏਗੀ। ਉਹ ਕੀ ਹੈਗਾ, ਇੱਕ ਗੇਮ ਬੇਸਡ ਲਰਨਿੰਗ ਹੈਗਾ, ਜਿਹਦੇ ਜ਼ਰੀਏ ਤੁਹਾਨੂੰ ਕੀ ਹੈ, ਇੱਕ ਮੈਥਡ ਇਸਤੇਮਾਲ ਕੀਤਾ ਜਾਂਦਾ ਔਰ ਤੁਹਾਨੂੰ ਕੀ ਦਿੱਤੀ ਜਾਂਦੀ ਹੈ, ਇੱਕ ਟੀਚਿੰਗ ਦਿੱਤੀ ਜਾਂਦੀ ਹੈ ਨਾ। ਇਹ ਸਾਰੇ ਜਿਹੜੇ ਮੈਥਡ ਹੁੰਦੇ ਨੇ, ਇਹ ਟੀਚਰ ਅਕੋਰਡਿੰਗ ਟੂ ਸਟੂਡੈਂਟ, ਅਕੋਰਡਿੰਗ ਟੂ ਏਜ, ਅਕੋਰਡਿੰਗ ਟੂ ਕਲਾਸ ਚੂਜ਼ ਕਰ ਸਕਦਾ ਕਿ ਉਹਨੇ ਕਿਹੜਾ ਮੈਥਡ ਯੂਜ਼ ਕਰਨਾ ਹੈਗਾ। ਜਦੋਂ ਸਾਇੰਸ ਦੇ ਹੁੰਦੇ ਆ ਉਹਦੇ ਵਿੱਚ ਅਸੀਂ ਕੀ ਕਰਦੇ ਆ, ਐਕਸਪੈਂਡੇਸ਼ਨਰੀ ਲਰਨਿੰਗ ਕਰਦੇ ਆ, ਕਿਉਂਕਿ ਉਹਦੇ ਵਿੱਚ ਪ੍ਰੈਕਟੀਕਲੀ ਬਹੁਤ ਜ਼ਿਆਦਾ ਨੌਲੇਜ ਦੀ ਲੋੜ ਪੈਂਦੀ ਹੈ। ਕੁਇਜ਼ਸ ਅਸੀਂ ਕਿੱਥੇ ਕਰਦੇ ਆ, ਜਿੱਥੇ ਬੱਚਿਆਂ ਦੇ ਪ੍ਰੈਕਟੀਕਲ ਸਬਜੈਕਟ ਨਹੀਂ ਹੋ ਸਕਦੇ, ਹੈ ਨਾ, ਪ੍ਰੈਕਟੀਕਲ ਸਬਜੈਕਟ ਨਹੀਂ ਹੁੰਦੇ ਔਰ ਉਹਨਾਂ ਨੂੰ ਕੀ ਕਰਦੇ ਆ, ਉੱਥੇ ਅਸੀਂ ਗੇਮ ਬੇਸਡ ਲਰਨਿੰਗ ਯਾਨੀ ਕੁਇਜ਼ਸ ਕਰਦੇ ਹੋਏ ਅਸੀਂ ਬੱਚੇ ਨੂੰ ਕੀ ਹੈ, ਮੈਥਡ ਇਸਤੇਮਾਲ ਕਰਦੇ ਆ ਔਰ ਬੱਚੇ ਨੂੰ ਟੀਚਿੰਗ ਦਿੰਦੇ ਆ। ਉਸ ਤੋਂ ਬਾਅਦ ਜਿਹੜੇ ਡਿਫਰੈਂਸ਼ੀਏਟਿਡ ਇੰਸਟਰਕਸ਼ਨਸ ਹੁੰਦੀਆਂ ਨੇ,
ਉਹ ਬੱਚੇ ਲੈਵਲ ਦੇ ਹਿਸਾਬ ਨਾਲ ਡਿਸਾਈਡ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਡਿਫਰੈਂਟ ਟੈਕਨੀਕ ਇਸਤੇਮਾਲ ਕਰਨੀਆਂ ਨੇ ਔਰ ਕਿਸ ਹਿਸਾਬ ਨਾਲ। ਹੁਣ ਦੇਖੋ ਡਿਫਰੈਂਸ਼ੀਏਟਿਡ ਇੰਸਟਰਕਸ਼ਨ ਦੇ ਵਿੱਚ ਨਾ ਇੱਕ ਹੋਰ ਚੀਜ਼ ਆਉਂਦੀ ਹੈ, ਜਿਵੇਂ ਸਾਡੇ ਬੱਚੇ ਹੁੰਦੇ ਆ ਜੋ ਬੋਲ ਨਹੀਂ ਸਕਦੇ, ਉਹਨਾਂ ਲਈ ਕਿਆ ਹੁੰਦਾ, ਹੱਥ ਦੀਆਂ, ਹੈ ਨਾ, ਹੱਥ ਦੇ ਨਿਊਜ਼ ਹੁੰਦੀਆਂ ਨੇ, ਹੱਥ ਨਾਲ ਇੰਸਟਰਕਸ਼ਨ ਹੁੰਦੀਆਂ ਨੇ, ਯਾਨੀ ਕਿ ਇੱਕ ਡਿਫਰੈਂਟ ਮੈਥਡ ਯੂਜ਼ ਕੀਤਾ ਜਾਂਦਾ ਹੈ, ਜਿਹਦੇ ਵਿੱਚ ਕੀ ਆ, ਉਹਨਾਂ ਗੂੰਗੇ ਬੱਚਿਆਂ ਨੂੰ ਵੀ ਗੱਲਾਂ ਸਮਝਾਈਆਂ ਜਾਂਦੀਆਂ ਨੇ ਕਿ ਏਦਾਂ ਏਦਾਂ ਐਕਸ਼ਨ ਕਰੋਗੇ ਤੁਹਾਡਾ ਇਹ ਮਤਲਬ ਹੁੰਦਾ, ਏਦਾਂ ਏਦਾਂ ਐਕਸ਼ਨ ਕਰੋਗੇ ਤੁਹਾਡਾ ਇਹ ਮਤਲਬ ਹੁੰਦਾ। ਯਾਨੀ ਕਿ ਇੱਕ ਡਿਫਰੈਂਟ ਹਿਦਾਇਤ ਦਿੱਤੀ ਜਾਂਦੀ ਹੈ, ਡਿਫਰੈਂਟ ਟੈਕਨੀਕ ਦੇ ਨਾਲ ਬੱਚਿਆਂ ਨੂੰ ਅੱਗੇ ਵਧਾਇਆ ਜਾਂਦਾ। ਉਹਨਾਂ ਦੇ ਸਕੂਲ ਵੀ ਅਲੱਗ ਬਣੇ ਹੁੰਦੇ ਨੇ, ਇਹ ਨਹੀਂ ਅਸੀਂ ਕਹਿ ਸਕਦੇ ਕਿ ਜੋ ਅਸੀਂ ਸਿਰਫ ਇੱਕ ਕਾਮਨ ਬੱਚਾ ਹੀ ਸਟੱਡੀ ਲੈ ਰਿਹਾ ਹੈ। ਇਹਨਾਂ ਬੱਚਿਆਂ ਵਾਸਤੇ ਇੱਕ ਸਪੈਸ਼ਲ ਸਕੂਲ ਬਣੇ ਹੁੰਦੇ ਨੇ, ਸਪੈਸ਼ਲ ਟੀਚਿੰਗ ਹੁੰਦੀ ਹੈ, ਉਹ ਕੀ ਹੋ ਜਾਂਦੇ ਸਾਡੇ ਡਿਫਰੈਂਸ਼ੀਏਟਿਡ ਇੰਸਟਰਕਸ਼ਨ। ਉੱਥੇ ਅਸੀਂ ਇਹਨਾਂ ਇੰਸਟਰਕਸ਼ਨਸ ਦੀ ਵਰਤੋਂ ਕਰਦੇ ਆ। ਡਾਇਰੈਕਟ ਇੰਸਟਰਕਸ਼ਨ ਅਸੀਂ ਹਰ ਟਾਈਮ ਯੂਜ਼ ਕਰਦੇ ਆ, ਜਿਹੜਾ ਟੀਚਰ ਇਹ ਮੈਥਡ ਹੈ ਇਹ ਐਵਰੀ ਟਾਈਮ ਯੂਜ਼ ਕਰ ਰਿਹਾ ਹੈ ਨਾ, ਔਰ ਹਰ ਟਾਈਮ ਬੱਚੇ ਦੇ ਨਾਲ ਇਨ ਟੱਚ ਹੈਗਾ। ਔਰ ਜਦੋਂ ਇਨਕੁਆਇਰੀ ਕਦੋਂ ਕਰਦਾ, ਜਦੋਂ ਟੀਚਰ ਆਪਣਾ, ਹੁਣ ਜਿਵੇਂ ਲਾਸਟ ਵਿੱਚ ਚੈਪਟਰ ਖਤਮ ਹੋਣਾ, ਤੁਹਾਡੇ ਨਾਲ ਇਨਕੁਆਇਰੀ ਬੇਸਡ ਲਰਨਿੰਗ ਦੇ ਜਰੀਏ ਤੁਹਾਡੇ ਕੋਲੋਂ ਤੁਹਾਡੇ ਰਿਸਪੌਂਸ ਪੁੱਛੇ ਜਾਣੇ ਨੇ, ਹੈ ਨਾ। ਉਹ ਕੀ ਹੈ, ਉਹ ਟੀਚਰ ਆਪਣਾ ਚੈਪਟਰ ਖਤਮ ਹੋਣ ਤੋਂ ਬਾਅਦ ਤੁਹਾਡੇ ਨਾਲ ਜੋ ਡਿਸਕਸ਼ਨ ਕਰਦਾ ਹੈ ਉਹ ਇਨਕੁਆਇਰੀ ਬੇਸਡ ਲਰਨਿੰਗ। ਮਤਲਬ ਕਿ ਜਿਹੜੇ ਸਾਰੇ ਮੈਥਡ ਹੈਗੇ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੁੰਦੇ ਨੇ, ਔਰ ਹਰ ਮੈਥਡ ਨੂੰ ਅਸੀਂ ਆਪਣੇ ਚੈਪਟਰਸ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਇਸਤੇਮਾਲ ਕਰਦੇ ਹਾਂ। ਔਰ ਟੀਚਰ ਇਹਨਾਂ ਸਾਰੇ ਮੈਥਡਸ ਦਾ ਇਸਤੇਮਾਲ ਹਰ ਰੋਜ਼ ਹੀ ਕਰਦਾ ਹੈ, ਠੀਕ ਹੈ। ਔਰ ਤੁਹਾਨੂੰ ਹੁਣ ਇਹ ਚੈਪਟਰ ਕਲੀਅਰ ਹੋ ਗਿਆ ਹੋਣਾ, ਇਹ ਮੇਰਾ ਅੱਜ ਦਾ ਤੁਹਾਡੇ ਲਈ ਚੈਪਟਰ ਸੀਗਾ। ਅੱਜ ਦੇ ਚੈਪਟਰ ਦੇ ਵਿੱਚ ਸਿਰਫ ਇੰਨਾ ਹੀ ਸੀ ਕਿ ਇਹ ਕੀ ਹੁੰਦੀ ਹੈ, ਕਿੰਨੇ ਟਾਈਪ ਦੇ ਮੈਥਡ ਹੁੰਦੇ ਨੇ। ਹੁਣ ਇਸ ਤੋਂ ਰਿਗਾਰਡਿੰਗ ਅਗਰ ਕਿਸੇ ਦੀ ਕੋਈ ਕੁਐਰੀ ਹੈਗੀ ਹੈ, ਕੁਐਸਚਨ ਹੈਗੇ ਆ, ਉਹ ਮੇਰੇ ਨਾਲ ਡਿਸਕਸ ਕਰ ਸਕਦੇ ਆ, ਕਿਉਂਕਿ ਬੱਚਿਆਂ ਦੀ ਇਹ ਸੀਗਾ ਪੀਓਟੀ ਦਾ, ਪੀਓਟੀ ਸਬਜੈਕਟ ਸੀਗਾ। ਔਰ ਪੀਓਟੀ ਦੇ ਜੋ ਬੱਚੇ ਹੁੰਦੇ ਨੇ, ਟੀਚਰ ਟ੍ਰੇਨਿੰਗ ਦੇ ਬੱਚੇ ਹੁੰਦੇ ਨੇ ਨਾ, ਲੈਂਥੀ ਕੁਐਸਚਨਸ ਆਉਂਦੇ ਨੇ, ਠੀਕ ਹੈ। ਔਰ ਤੁਸੀਂ ਆਪਣੇ ਜਿਹੜੇ ਹੁਣ ਕੁਐਸਚਨਸ ਹੈਗੇ ਉਹ ਕਰ ਸਕਦੇ ਹੋ। ਨੈਕਸਟ ਤੁਹਾਡੇ ਵਾਸਤੇ ਪਾਰਟ 2 ਆਏਗਾ, ਜਿਹਦੇ ਵਿੱਚ ਇਸ ਤੋਂ ਅੱਗੇ ਕੀ ਹੋ ਸਕਦਾ ਉਹ ਦੱਸਾਂਗੇ, ਠੀਕ ਹੈ ਜੀ ਮੈਮ। ਕੋਈ ਕੁਐਰੀ ਹੈਗੀ ਹੈ ਤਾਂ ਉਹ ਪਲੀਜ਼ ਆਪਣਾ ਕਰ ਸਕਦਾ ਹੈ। ਕਿ ਜੋ ਮੈਂ ਮੈਥਡਸ ਹੁਣ ਦੱਸੇ, ਜੋ ਮੈਂ ਹੁਣ ਤੱਕ ਟੈਕਨੋਲੋਜੀ ਬਾਰੇ, ਐਜੂਕੇਸ਼ਨ ਟੈਕਨੋਲੋਜੀ ਬਾਰੇ ਦੱਸਿਆ, ਉਹ ਉਹਨਾਂ ਨੂੰ ਸਮਝ ਆ ਗਿਆ। ਐਨੀਵਨ? हेलो हाँ जी, हाँ जी, ਬੱਚੇ ਹੈਂਡ ਰੇਜ਼ ਕਰ ਰਹੇ ਸੀ, ਉਹ ਹੁਣ ਆਪਣੀ ਕੁਐਰੀ ਕਰ ਸਕਦੇ ਆ। हेलो दलजीत मैम। हाँ जी, हाँ जी, थोड़ा ਲੈਕਚਰ ਬਹੁਤ ਵਧੀਆ ਸੀ। TTC ਨਾਲ ਰਿਲੇਟਡ ਸੀ ਜ਼ਿਆਦਾ ਆਪਣਾ ਇਹ ਟੌਪਿਕ, ਤੇ ਆਪਣੇ ਕੋਲ ਟੀਚਰ ਟ੍ਰੇਨਿੰਗ ਦੇ ਬੱਚੇ ਬਹੁਤ ਜੁੜੇ, ਉਹਨੂੰ ਨਾਲ ਦੀ ਨਾਲ ਬੱਚੇ ਸਕਰੀਨਸ਼ਾਟ ਲੈ ਕੇ ਲੈਫਟ ਕਰਦੇ। ਮੈਂ ਹਮੇਸ਼ਾ ਨੋਟਿਸ ਕਰਦੀ ਹਾਂ ਇਹ ਗੱਲ, ਤੇ ਮੈਨੂੰ ਇਹ ਗੱਲ ਬਹੁਤ ਬੁਰੀ ਵੀ ਲੱਗਦੀ ਹੈ ਕਿ ਔਰ ਕਈ ਬੱਚੇ ਫੋਨ ਕਰਕੇ ਕਹਿੰਦੇ ਨੇ ਕਿ ਸਾਡੇ ਟੀਚਰ ਸਾਹਿਬਾਨ ਇਸ ਤਰ੍ਹਾਂ ਕਹਿੰਦੇ। ਮੈਨੂੰ ਇਹ ਅੱਛਾ ਫੀਲ ਨਹੀਂ ਹੁੰਦਾ, ਕਿਉਂਕਿ ਤੁਸੀਂ ਸਭ ਇੰਨੀ ਮਿਹਨਤ ਕਰਦੇ ਹੋ, ਇੰਨੇ ਅੱਛਾ ਟੌਪਿਕ ਲੈ ਕੇ ਆਏ ਹੋ। ਮੈਂ ਇੱਕ ਇੱਕ ਸ਼ਬਦ ਉਸਦਾ ਸੁਣਦੀ ਹਾਂ ਕਿ ਕਿੰਨਾ ਵਧੀਆ ਹੈ ਉਹ, ਔਰ ਅਸੀਂ ਖੁਦ ਆਪਣੇ ਆਪ ਨੂੰ ਸੋਚਦੇ ਹਾਂ ਕਿ ਸਾਡੀ ਖੁਦ ਦੀ ਰਿਵੀਜ਼ਨ ਹੋ ਗਈ ਹੈ। ਤੇ ਜੇ ਸਾਡੇ ਲਈ ਇੰਨਾ ਵਧੀਆ, ਤੇ ਜਿਹੜੇ ਆਉਣ ਵਾਲਾ ਭਵਿੱਖ ਹੈ ਸਾਡਾ, ਇੰਸਟ੍ਰਕਟਰ ਸਾਹਿਬਾਨ ਬਣ ਰਹੇ ਨੇ, ਉਹਨਾਂ ਲਈ ਕਿੰਨਾ ਵਧੀਆ ਹੋਏਗਾ ਇਹ। ਮੈਮ ਅਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਤੱਕ ਲਿੰਕ ਪਹੁੰਚ ਜਾਣ, ਬੱਚੇ ਜ਼ਰੂਰ ਜੁਆਇਨ ਕਰਨ, ਕਿਉਂਕਿ ਜੋ ਟੀਚਰ ਆ ਤੁਹਾਨੂੰ ਥੋਰੋਲੀ ਪੜ੍ਹਾ ਰਿਹਾ ਹੈ। ਹੁਣ ਕਿਆ ਪਤਾ ਕਿ ਇਸ ਟੀਚਰ ਦੀ ਪੜ੍ਹਾਉਣ ਦਾ ਕਿੰਨਾ ਕੁ ਈਜ਼ੀ ਵੇ ਹੈਗਾ ਹੈ, ਉਹ ਹਰ ਤਰ੍ਹਾਂ ਦੇ ਮੈਥਡ ਇਸਤੇਮਾਲ ਕਰਦਾ ਆ ਰਿਹਾ ਹੈ, ਔਰ ਬੱਚਿਆਂ ਨੂੰ ਜੁਆਇਨ ਜ਼ਰੂਰ ਕਰਨਾ ਚਾਹੀਦਾ।
ਟੀਚਰ ਦੀ ਆਪਣਾ ਰੋਲ ਹੈ, ਹਰ ਟੀਚਰ ਵਧੀਆ ਹੀ ਪੜ੍ਹਾਉਂਦਾ ਹੈ ਤੇ ਮੈਂ ਇਹ ਸਮਝਦੀ ਹਾਂ ਕਿ ਹਰ ਟੀਚਰ ਦਾ ਆਪਣਾ ਇੱਕ ਸਟ੍ਰੈਟਜੀ ਹੁੰਦੀ ਹੈ ਪੜ੍ਹਾਉਣ ਦੀ। ਤਾਂ ਜਦੋਂ ਤੁਸੀਂ ਆਨਲਾਈਨ ਇੰਨਾ ਅੱਛਾ ਮਟੀਰੀਅਲ ਲੈ ਕੇ ਆਉਂਦੇ ਹੋ, ਇੰਨਾ ਵਧੀਆ ਕਰਦੇ ਹੋ, ਤੇ ਬੱਚਿਆਂ ਨੂੰ ਉਹਦਾ ਲਾਹਾ ਵੀ ਲੈਣਾ ਚਾਹੀਦਾ ਹੈ, ਕਿਉਂਕਿ ਪੇਪਰ ਵੀ ਆਣੇ ਨੇ ਅੱਗੇ ਅੱਗੇ, ਤੇ ਫਿਰ ਬੱਚਿਆਂ ਨੂੰ ਉਸਦਾ ਪੂਰਾ ਫਾਇਦਾ ਹੋਣਾ ਚਾਹੀਦਾ ਹੈ, ਕਿਉਂਕਿ ਬਹੁਤ ਮਿਹਨਤ ਕਿ ਟੀਚਰ ਟ੍ਰੇਨਿੰਗ ਜਿਹੜੀ ਟ੍ਰੇਡ ਹੈ ਨਾ, ਇਹਨਾਂ ਦੇ ਤਾਂ ਸ਼ਾਰਟ ਕੁਐਸਚਨ ਆਉਂਦੇ ਨਹੀਂ, ਇਹਨਾਂ ਦੇ ਲੈਂਥੀ ਆਉਂਦੇ ਆ। ਇਸੇ ਕਰਕੇ ਇਹਨਾਂ ਨੂੰ ਪਤਾ ਹੋਊਗਾ ਤਾਂ ਹੀ ਲੈਂਥੀ ਕਰੂਗੇ ਕੁਐਸਚਨਸ। ਹਾਂਜੀ, ਤੇ ਜਿਹੜੇ ਬੁੱਕ ਵਿੱਚ ਮਟੀਰੀਅਲ ਆ ਉਹ ਤਾਂ ਇੱਕ ਅੱਧੇ ਪੇਜ ਦਾ ਹੈ ਮੈਮ। ਉਹ ਤਾਂ ਬਿਲਕੁਲ ਛੋਟਾ ਛੋਟਾ ਹੈ ਮੈਮ, ਉਹਨੂੰ ਕਿੰਨਾ ਲੈਂਥੀ ਖਿੱਚ ਲੂੰਗੇ। ਜੇ ਤੁਸੀਂ ਇਹ ਲੈਕਚਰਸ ਲਾਉਂਗੇ ਬੱਚਿਆਂ ਲਈ, ਇਹ ਲੈਕਚਰ ਇਹਨਾਂ ਲੈਂਥੀ ਇਸੇ ਕਰਕੇ ਤਿਆਰ ਕੀਤਾ ਹੈ ਕਿ ਬੱਚਾ ਆਪਣੇ ਅਕੋਰਡਿੰਗ ਉਹਦੇ ਵਿੱਚ ਕੀ ਪਾਣਾ ਚਾਹੁੰਦਾ ਉਹ ਪਾ ਸਕਦਾ। ਤਾਂ ਸੁਣਨ ਬੱਚੇ ਜਰੂਰ ਸੁਣਿਆ ਕਰੋ ਪਲੀਜ਼, ਤੁਸੀਂ ਐਂਡ ਤੱਕ ਲੈਕਚਰ ਸੁਣਿਆ ਕਰੋ, ਵਿੱਚੋਂ ਸਕਿਪ ਕਰ ਜਾਂਦੇ ਆ, ਬਹੁਤ ਬੁਰੀ ਗੱਲ ਹੁੰਦੀ ਹੈ ਵਿੱਚੋਂ ਸਕਿਪ ਕਰਨਾ ਲੈਕਚਰਸ, ਕਿਉਂਕਿ ਇਹ ਲੈਕਚਰਸ ਤੁਹਾਡੇ ਲਈ ਹੈ। ਹਾਂਜੀ ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਵਧੀਆ ਟੌਪਿਕ ਸੀ ਮੈਮ, ਭਾਵੇਂ ਮੇਰੀ ਹਜੇ ਫਸਟ ਈਅਰ ਦੀ ਟ੍ਰੇਡ ਆ, ਪਰ ਗਾਂ ਆਉਣ ਵਾਲੇ ਸਮੇਂ 'ਚ ਮੇਰੇ ਕੰਮ ਤੁਹਾਨੂੰ ਆਊਗੀ। ਕੰਮ ਆਏਗੀ। ਹਾਂਜੀ ਹਾਂਜੀ ਬਿਲਕੁਲ ਮੈਮ, ਥੈਂਕ ਯੂ ਮੈਮ, ਪੂਰਾ ਲੈਕਚਰ ਸੁਣਦੇ ਆ ਮੈਮ। ਮੈਂ ਪਰਮਜੀਤ। ਹੈਲੋ ਓਕੇ ਪਰਮਜੀਤ, ਠੀਕ ਹੈ। ਥੈਂਕ ਯੂ ਮੈਮ। ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਹਾਂਜੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ ਮੇਰਾ ਥੋੜਾ ਜਿਹਾ ਚੈਪਟਰ ਨਿਕਲ ਗਿਆ, ਕਿ ਤੁਸੀਂ YouTube ਤੋਂ ਪਾएंगे? ਹੁਣ ਤਾਂ ਸਕਰੀਨ ਸ਼ੇਅਰ ਕਰਨੀ ਇੰਪੋਸੀਬਲ ਹੈਗੀ ਹੈ, ਬਟ ਮੇਰੀ YouTube ਤੇ ਆ ਜਾਏਗੀ ਵੀਡੀਓ, ਤਾਂ ਉਹ ਤੁਸੀਂ ਲਿੰਕ ਭੇਜ ਦੂੰਗੀ, ਉਹਦੇ ਤੇ ਸੁਣ ਲੈਣਾ। ਹਾਂਜੀ ਮੈਮ, ਇਹ ਗੱਲ ਤਾਂ ਹੈ ਕਿ ਸਾਡੇ ਜਿਹੜੇ ਚੈਪਟਰਸ ਦੇ ਕੁਐਸਚਨ ਹੈ ਉਹ ਸ਼ਾਰਟ ਹੁੰਦੇ ਆ, ਤੇ ਅਸੀਂ ਉਹਨਾਂ ਕੁਐਸਚਨ ਨੂੰ ਲੌਂਗ ਕਰਨਾ ਹੁੰਦਾ ਹੈ। ਸਾਨੂੰ ਕਈ ਮਟੀਰੀਅਲ ਨਹੀਂ ਮਿਲੇ ਕਿ ਅਸੀਂ ਕਿੱਦਾਂ ਇਸ ਕੁਐਸਚਨ ਨੂੰ ਆਪਾਂ ਲੌਂਗ ਕਰਦੇ ਆ। ਠੀਕ ਹੈ, ਤੇ ਕੁਐਸਚਨ ਜਿਹੜੇ ਤੁਸੀਂ ਅੱਜ ਕਰਵਾਇਆ ਬਹੁਤ ਹੀ ਇੰਟਰਸਟਿੰਗ ਸੀਗਾ। ਦੇਖ ਲੈ, ਮੈਂ ਮੜਾ ਸੁਣ ਲਵਾਂ, ਮੈਂ ਕਲਾਸ ਚ ਆਉਂਦੀ ਹੁਣ ਜਾ। ਹੋਰ ਕਿਸੇ ਦੇ ਕੋਈ anyone? जी मैम, करिए ओवर जी। हाँ जी ठीक है मैम। थैंक यू सो मच। ओके थैंक यू मैम, थैंक यू ऑल, थैंक यू ਥੈਂਕ ਯੂ। ਜਾਇਆ ਉਹ ਕਰੀ ਜਾਂਦੀ ਖੁੱਲਾ ਖੁੱਲਾ, ਮੈਂ ਕਰੀ ਜਾਂਦੀ ਹੈ, ਜਾਨੂੰ ਅਗਲੇ ਜਾ ਵੀ ਆਵੇ। हरप्रीत कौर, हाँ जी माइक ऑन करो। हाँ जी ਗੁੱਡ ਆਫਟਰਨੂਨ ਜੀ। गुड आफ्टरनून। ਮੈਂ ਲੈਕਚਰ ਤੁਹਾਡੇ ਵੇਖਦੀ ਹਾਂ, ਮੈਨੂੰ ਬਹੁਤ ਵਧੀਆ ਲੱਗਦਾ ਹੈ ਜੀ, ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਜੀ। हाँ जी थैंक यू। नेक्स्ट मेरा पार्ट YouTube ਤੇ ਤੁਹਾਡਾ हाँ जी YouTube ਤੇ ਸਾਰੀਆਂ ਵੀਡੀਓਜ਼ ਪਈਆਂ ਨੇ। ਹਾਂਜੀ ਮੈਂ ਨਹੀਂ ਪਤਾ ਜੀ ਤੁਹਾਡਾ ਕੀ ਨਹੀਂ ਪਤਾ ਲਿੰਕ ਜੀ, ਮਤਲਬ ਲਿੰਕ ਤੁਸੀਂ ਮੈਨੂੰ ਮੈਨੂੰ ਮੈਸੇਜ ਕਿਵੇਂ ਕਰੋ, ਪਤਾ ਲੱਗੂ? ਤੁਸੀਂ ਮੈਸੇਜ ਕਰੋ ਮੈਨੂੰ ਮੇਰੇ ਨੰਬਰ Okay. ਤੇ ਉਹਦੇ ਵਿੱਚ ਤੁਹਾਨੂੰ ਮੈਂ ਫਿਰ ਲਿੰਕ ਸੈਂਡ ਕਰ ਦਾਂਗੀ। ਠੀਕ ਹੈ ਮੈਮ ਜੀ, ਠੀਕ ਹੈ ਹਾਂਜੀ ਜੀ, ਓਕੇ ਥੈਂਕ ਓਕੇ।